देश दुनिया च वसदे पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया। थैंक यू, शुक्रिया जी। विदेश मंत्रालय की प्रैस कॉन्फ्रेंस तो बाद स्थिति होर तनाव वल वध गई है। विदेश मंत्रालय वालों प्रैस कॉन्फ्रेंस दौरान जिहड़ियां चीज़ां पेश कीतियां गईयां, कनेडा दे विच भारतीय मिशन वालों वीज़ा प्रक्रिया नूं रोकिया गया और इंज लग रहा जिवें ये वीज़ा प्रक्रिया अणमिथे समय तक रुकी रहेगी। ਜਿਹੜੇ ਹਾਲਾਤ ਬਣ ਰਹੇ ਆ ਉਹਦੇ ਨਾਲ ਇੱਧਰ ਪੰਜਾਬੀਆਂ ਦੇ ਸਾਹ ਸੂਤੇ ਗਏ ਆ, ਜਿਨ੍ਹਾਂ ਦੇ ਪਰਿਵਾਰ ਦੋ ਹੀ ਪਾਸੇ ਬੈਠੇ ਹੋਏ ਆ। ਤੇ ਦੂਜਾ ਮਾਮਲਾ ਕਾਫੀ ਅਹਿਮ ਆ। ਵੈਸੇ ਇਸ ਮਾਮਲੇ 'ਚ ਵੀ ਇੱਕ ਗੱਲ ਤਾਂ ਜ਼ਰੂਰੀ ਹੈ ਕਿ ਪੰਜਾਬ 'ਚ ਰਾਜ ਘਰ ਦੀ ਧਿਰ ਦੀ ਖਾਮੋਸ਼ੀ ਹੁਣ ਲੋਕਾਂ ਨੂੰ ਚੁਭਣ ਲੱਗ ਗਈ ਹੈ। ਹਾਲਾਂਕਿ ਵਿਰੋਧੀ ਧਿਰਾਂ ਥੋੜਾ ਬਹੁਤਾ ਬੋਲ ਰਹੀਆਂ ਨੇ ਇਹਨਾਂ ਮਾਮਲਿਆਂ ਤੇ ਇਸ ਇਸ਼ੂ ਨੂੰ ਟੇਕ ਅਪ ਕਰ ਰਹੀਆਂ ਨੇ, ਪਰ ਉਹ ਵੀ ਸਟੇਟਮੈਂਟ ਦੀ ਲਹਿਜੇ ਦੇ ਵਿੱਚ, ਸਟੇਟਮੈਂਟ ਦੇ ਪੱਖ ਤੱਕ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਸਾਰੇ ਲੋਕ ਉੱਥੇ ਇਕੱਠੇ ਨੇ ਲਗਭਗ। ਤੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਨਾਲ ਮਿਲ ਕੇ ਇਸ ਖਿੱਤੇ ਦੀਆਂ ਚਿੰਤਾਵਾਂ ਤੋਂ ਉਹਨਾਂ ਨੂੰ ਹੋਰ ਵਾਕਿਫ ਕਰਾਇਆ ਜਾਂਦਾ, ਹਾਲਾਂਕਿ ਉਹ ਵਾਕਿਫ ਤਾਂ ਹੋਣਗੇ ਹੀ, ਤਾਂ ਹੋਰ ਥੋੜੀ ਬਿਹਤਰ ਸਥਿਤੀ ਹੋ ਸਕਦੀ ਸੀ। ਆਪਾਂ ਇਹ ਸਾਰੇ ਮਾਮਲੇ ਤੇ ਜਾਣਦੇ ਆ। ਤੇ ਦੂਜਾ ਮਾਮਲਾ, ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਗਵਰਨਰ ਪੰਜਾਬ ਨੂੰ ਇੱਕ ਪੱਤਰ ਲਿਖਿਆ ਔਰ ਪੱਤਰ ਵੀ ਬੜਾ ਅਹਿਮ ਵਿਸ਼ੇ ਦੇ ਉੱਤੇ ਆ, ਜਿਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ 25 ਤਰੀਕ ਨੂੰ। 25 ਤਰੀਕ ਨੂੰ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਸੇ ਮੁੱਦੇ ਤੇ ਸੁਣਵਾਈ ਹੋਊਗੀ, ਉਸ ਤੋਂ ਪਹਿਲਾਂ ਗਵਰਨਰ ਪੰਜਾਬ ਨੂੰ, ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਤੁਸੀਂ ਕੇਂਦਰੀ ਸਰਕਾਰ ਦੇ ਨਾਲ ਮਾਮਲਾ ਟੇਕ ਅਪ ਕਰੋ, ਇਹਦੇ ਵੀ ਕਈ ਪੱਖ ਪਹਿਲੂ ਆ, ਇਹਦੇ ਉੱਤੇ ਵੀ ਜਾਣਦੇ ਆ। ਸੋ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਅੱਜ ਵਿਦੇਸ਼ ਮੰਤਰਾਲਾ ਭਾਰਤ ਕੈਨੇਡਾ ਦੇ ਸਬੰਧਾਂ ਦੇ ਉੱਤੇ ਪ੍ਰੈਸ ਕਾਨਫਰੰਸ ਕਰਦਾ ਹੈ। ਅੱਜ ਸਾਰੇ ਨੈਸ਼ਨਲ ਮੀਡੀਆ ਦੇ ਉੱਤੇ ਲਗਭਗ ਇਹੀ ਗੱਲ ਚੱਲ ਰਹੀ ਹੈ। ਸਵੇਰੇ ਜਦੋਂ ਉੱਥੇ ਸੇਵਾਵਾਂ ਦੇਣ ਵਾਲੀ ਕੰਪਨੀ ਅਗਲੇ ਹੁਕਮਾਂ ਤੱਕ ਜਦੋਂ ਇਹ ਸੇਵਾਵਾਂ ਤੇ ਰੋਕ ਲਾ ਦਿੰਦੀ ਆ, ਸਸਪੈਂਡ ਕਰ ਦਿੰਦੀ ਆ ਵੀਜ਼ਾ ਪ੍ਰਕਿਰਿਆ ਨੂੰ, ਤੇ ਫਿਰ ਲਗਾਤਾਰ ਬਹਿਸ ਸ਼ੁਰੂ ਹੋ ਜਾਂਦੀ ਹੈ। ਬਹਿਸ ਦੇ ਵਿੱਚ ਕਈ ਕੁਝ ਆਉਂਦਾ ਹੈ। ਸੋ ਜਦੋਂ ਵਿਦੇਸ਼ ਮੰਤਰਾਲਾ ਇਹ ਹਰ ਤਰ੍ਹਾਂ ਦੀਆਂ ਕਿਆਸ ਹਰਾਈਆਂ ਤੋਂ ਪਰਦਾ ਚੱਕਦਾ ਹੈ, ਤਾਂ ਤੁਸੀਂ ਉਹਨੂੰ 1 ਬਾਈ 1 ਹਰ ਐਂਗਲ ਤੋਂ ਸੁਣਿਆ ਹੈ। ਕਾਈਂਡਲੀ ਤੁਸੀਂ ਜੇਕਰ ਸਮਝਾ ਸਕੋ ਕਿ ਦਰਅਸਲ ਵਿਦੇਸ਼ ਮੰਤਰਾਲਾ ਔਰ ਭਾਰਤ ਸਰਕਾਰ ਕਿਸ ਲੀਹ ਤੇ ਅੱਗੇ ਵਧ ਰਹੀ ਆ, ਲੋਕ ਸਮਝ ਸਕਣ ਕਿ ਅਗਲੇ ਦਿਨਾਂ ਦੇ ਵਿੱਚ ਇਹ ਰਿਲੇਸ਼ਨ, ਇਹ ਤਾਲੁਕਾਤ ਕਿਸ ਦਿਸ਼ਾ ਨੂੰ ਜਾਣ ਵਾਲੇ। ਮੈਨੂੰ ਇਹ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਜਿਹੜੀ ਕ੍ਰਾਈਸਿਸ ਹੈ ਇਹ ਹੋਰ ਡੂੰਘੀ ਹੋਣੀ ਹੈ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਇੱਕ ਸਟੈਪ ਹੋਰ ਅੱਗੇ ਹੈ ਇਹ ਸੰਕਟ ਨੂੰ ਡੂੰਘਾ ਕਰਨ ਦੇ ਵਿੱਚ। ਅੱਜ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਵੀਜ਼ਾ, ਕੈਨੇਡਾ ਦੇ ਵਿੱਚ ਵੀਜ਼ਾ ਸਸਪੈਂਡ ਕਰਨ ਦਾ। ਇਹਨਾਂ ਨੇ ਉੱਥੇ ਜਿਹੜੇ ਇਹਨਾਂ ਦੇ ਹਾਈ ਕਮਿਸ਼ਨਰ ਹੈਗੇ ਆ, ਉਹਨਾਂ ਨੇ ਅੱਜ ਤੋਂ ਵੀਜ਼ਾ ਦੇਣਾ ਬੰਦ ਕਰਤਾ। ਹੁਣ ਅਣਮਿੱਥੇ ਸਮੇਂ ਵਾਸਤੇ ਹੈ। ਜਿਨ੍ਹਾਂ ਕੋਲ ਆਲਰੇਡੀ ਵੀਜ਼ਾ ਹੈਗਾ ਇਹਦੇ 'ਚ ਉਹ ਇਫੈਕਟ ਨਹੀਂ ਹੋਣਗੇ, ਲੇਕਿਨ ਨਵੇਂ ਵੀਜ਼ੇ ਨਹੀਂ ਮਿਲਣਗੇ। ਜਿਨ੍ਹਾਂ ਨੇ ਕੈਨੇਡਾ ਤੋਂ ਹਿੰਦੁਸਤਾਨ ਆਉਣਾ ਹੈ, ਬੇਸਿਕਲੀ ਤਾਂ ਪੰਜਾਬ ਜ਼ਿਆਦਾ ਅਫੈਕਟਡ ਹੈ। ਜਹਾਜ਼ ਭਰ ਕੇ ਆਉਂਦੇ ਜਾਂਦੇ ਆ ਰੋਜ਼ ਪੰਜਾਬੀਆਂ ਦੇ ਕੈਨੇਡਾ ਤੇ ਇੱਥੋਂ ਦਿੱਲੀ ਤੋਂ, ਇਹ ਲੋਕ ਅਫੈਕਟਡ ਹੈਗੇ। ਸੋ ਜਿਨ੍ਹਾਂ ਕੋਲ ਵੀਜ਼ਾ ਨਹੀਂ ਹੈ ਤੇ ਉਹ ਆਉਣਾ ਚਾਹੁੰਦੇ, ਉਹ ਡਾਇਰੈਕਟਲੀ ਇਫੈਕਟ ਹੋਣਗੇ। ਹੁਣ ਗਿਣਤੀ ਬਹੁਤ ਵੱਡੀ ਹੈ। ਦੇਖੋ, ਇਹ ਗੱਲ ਸਿਰਫ ਇੱਥੇ ਹੀ ਨਹੀਂ ਖੜਦੀ, ਸਿਆਸੀ ਲੈਵਲ ਤੇ ਆ ਕੇ ਹਰ ਪਾਸਿਓਂ ਇਹਦਾ ਅੱਗੇ ਅਸਰ ਪੈਂਦਾ ਹੈ। ਇਹਨਾਂ ਨੇ ਕਿਹਾ ਕਿ ਦੇਖੋ, ਗੱਲ ਸ਼ੁਰੂ ਹੁੰਦੀ ਹੈ ਵੀ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ ਇਨਵੋਲਵ ਹੈ। ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਨਾਲ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਗੱਲ ਕੀਤੀ ਹੈ, ਤੇ ਨਾਲ ਇਹ ਵੀ ਉਹਨਾਂ ਨੇ ਕਨਵੇ ਕਰਤਾ ਸੀ ਕਿ ਮੈਂ USA, ਆਪਣੇ UK, ਆਸਟ੍ਰੇਲੀਆ ਵਗੈਰਾ ਸਾਰਿਆਂ ਨਾਲ ਗੱਲ ਕੀਤੀ ਹੈ। ਅੱਜ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਕੋਈ ਕੰਕਰੀਟ ਐਵੀਡੈਂਸ ਹਜੇ ਉਹਨਾਂ ਨੇ ਨਹੀਂ ਦਿੱਤੀ। ਤੇ ਕੰਕਰੀਟ ਐਵੀਡੈਂਸ ਤਾਂ ਜਸਟਿਨ ਟਰੂਡੋ ਨੇ ਕਿਹਾ ਵੀ ਨਹੀਂ, ਉਹਨੇ ਕਿਹਾ ਸੀ ਕ੍ਰੈਡੀਬਲ ਐਲੀਗੇਸ਼ਨ, ਐਵੀਡੈਂਸ ਵੀ ਨਹੀਂ ਕਿਹਾ ਸੀਗਾ। ਸੋ ਜਿੰਨੀ ਇੱਕ ਹੁਣ ਤੱਕ ਨੈਰੇਟਿਵ ਬਿਲਡ ਹੋਇਆ ਹੈ ਉਹ ਕ੍ਰੈਡੀਬਲ, ਲਫ਼ਜ਼ ਕ੍ਰੈਡੀਬਲ ਹੈ, ਕ੍ਰੈਡੀਬਲ ਐਲੀਗੇਸ਼ਨ। ਬਾਕੀ ਉਹਨਾਂ ਨੇ ਕਿਹਾ ਇਨਕੁਆਇਰੀ ਹੋ ਰਹੀ ਹੈ। ਬਾਕੀ ਮੁਲਕਾਂ ਨੇ ਵੀ, ਜਿਹੜੇ 5i ਇੰਟੈਲੀਜੈਂਸ ਗਰੁੱਪ ਹੈ ਜਿਹਦਾ ਕੈਨੇਡਾ ਵੀ ਪਾਰਟ ਹੈ, ਬਾਕੀ ਚਾਰੇ ਮੁਲਕਾਂ ਨੇ ਕਿਹਾ ਕਿ ਅੱਗੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਉਹ ਕਹਿੰਦੇ ਵੀ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹੀ ਕਹਾਂਗੇ। ਲੇਕਿਨ ਇਮੀਡੀਏਟ ਇਸ਼ੂ ਇਹ ਹੈ ਕਿ
ਹਿੰਦੁਸਤਾਨ ਨੇ ਵੀਜ਼ਾ ਰੋਕਤਾ ਹੈ ਤੇ ਪਲੀ ਇਹ ਲਈ ਗਈ। ਉਹਨਾਂ ਨੇ ਬੜਾ ਸਪਸ਼ਟ ਕਿਹਾ, ਜਰਿੰਦਰ ਬਾਗਚੀ ਨੇ, ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਕੈਨੇਡਾ ਟੈਰਰਿਸਟਾਂ ਨੂੰ ਪਨਾਹ ਦੇ ਰਿਹਾ। ਇੱਕ ਦੂਸਰੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ, ਦੋ ਗੱਲਾਂ ਕੀਤੀਆਂ ਉਹਨਾਂ ਨੇ, ਆਰਗੇਨਾਈਜ਼ਡ ਕ੍ਰਾਈਮ ਤੇ ਟੈਰਰਿਜ਼ਮ, ਦੋ ਗੱਲਾਂ। ਤੀਸਰੀ ਕਿ ਸਾਡੇ ਜਿਹੜੇ ਡਿਪਲੋਮੈਟਸ ਹੈ ਉਹਨਾਂ ਨੂੰ ਥ੍ਰੈਟਨ ਕੀਤਾ ਜਾ ਰਿਹਾ। ਥ੍ਰੈਟ ਕਰਨਾ ਬਿਲਕੁਲ ਗਲਤ ਹੈਗਾ। ਆਪਾਂ ਇਹ ਗੱਲ ਲੈ ਕੇ ਚੱਲਦੀ ਹੈ। ਪਹਿਲਾਂ ਜਿਸ ਢੰਗ ਨਾਲ ਉੱਥੇ ਪੋਸਟਰ ਲੱਗੇ ਸੀ, ਖਾਸ ਕਰਕੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਤੋਂ ਬਾਅਦ ਵਾਂਟਡ ਵਾਲੇ, ਉਹ ਮੇਰੇ ਖਿਆਲ ਦੇ ਵਿੱਚ ਗੱਲ ਬਿਲਕੁਲ ਗਲਤ ਹੈਗੀ ਹੈ। ਇਸ ਤਰੀਕੇ ਦੇ ਨਾਲ ਇਹ ਪ੍ਰੋਵੋਕੇਸ਼ਨ ਨਹੀਂ ਹੋਣੀ ਚਾਹੀਦੀ। ਲੇਕਿਨ ਇਸ਼ੂ ਜੇ ਸਿਰਫ ਰੈਫਰੈਂਡਮ ਜਿਹੜਾ ਸੋ ਕਾਲਡ ਉੱਥੇ ਚੱਲ ਰਿਹਾ ਜੇ ਉਹਦਾ ਹੋਵੇ ਤੇ ਉਹ ਤਾਂ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੈ, ਉਹ ਆਪਣੇ ਮੁਲਕ ਦੇ ਵਿੱਚ ਵੀ ਅਲਾਉ ਕਰਦੇ ਹੈ। ਔਰ ਜਿਹੜਾ ਬੰਦਾ ਰੈਫਰੈਂਡਮ ਕਰਵਾ ਰਿਹਾ ਹੈ, ਗੁਰਪਤਵੰਤ ਪੰਨੂ, ਜਾਂ ਤਾਂ ਉਹਦੀ ਐਕਸਟ੍ਰੈਡੀਸ਼ਨ ਵੀ ਗੌਰਮੈਂਟ ਆਫ ਇੰਡੀਆ ਸੀਕ ਕਰੇ। ਉਹ ਤਾਂ ਮੈਨੂੰ ਲੱਗਦਾ ਹੁਣ ਤੱਕ ਉਹਨਾਂ ਨੇ ਕੀਤੀ ਨਹੀਂ ਜੀ। ਸੋ ਇਹ ਕਈ ਤਰ੍ਹਾਂ ਦੇ ਸਾਰੇ ਨੈਰੇਟਿਵ ਵਿੱਚੋਂ ਇਹ ਬਿਲਡ ਹੋ ਰਿਹਾ ਹੈ। ਅੱਜ ਰਿਐਕਸ਼ਨ ਸਾਡੇ ਪੋਲੀਟੀਸ਼ੀਅਨ ਦਾ, ਸੁਖਬੀਰ ਸਿੰਘ ਬਾਦਲ ਦਾ, ਮੈਂ ਸੁਣ ਰਿਹਾ ਸੀਗਾ। ਠੀਕ ਹੈ ਉਹਨਾਂ ਦੀ ਗੱਲ ਕਿ ਪੰਜਾਬ ਸਿੱਧਾ ਅਫੈਕਟਡ ਹੈ, ਇਹਦੇ ਨਾਲ ਪੈਨਿਕ ਕ੍ਰੀਏਟ ਹੋਈ ਹੈ। ਹੁਣ ਉਹ ਕਹਿੰਦੇ ਵੀ ਅਸੀਂ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਆਜ਼ਾਦੀ, ਹਿੰਦੁਸਤਾਨ ਦੀ ਆਜ਼ਾਦੀ ਵਾਸਤੇ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖ ਲੀਡਰ ਕਦੋਂ ਤੱਕ ਇਹ ਗੱਲ ਕਹੀ ਜਾਣਗੇ ਕਿ ਅਸੀਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਸੰਤ ਜਰਨੈਲ ਸਿੰਘ ਭਿੰਡਰਾਲੇ ਵੀ ਇਹ ਗੱਲ ਕਰਿਆ ਕਰਦੇ ਸੀ, ਉਸ ਤੋਂ ਪਹਿਲਾਂ ਵੀ ਗੱਲਾਂ ਹੋਇਆ ਕਰਦੇ ਸੀ। ਉਹ ਵੈਸੇ ਇੱਕ ਹੋਰ ਐਸਪੈਕਟ ਹੈ, ਗੱਲਾਂ ਤਾਂ ਕਰਦੇ ਆ, ਇਹਨਾਂ ਕੋਲ ਰਿਕਾਰਡ ਕੋਈ ਨਹੀਂ ਸੀ। ਈਵਨ ਇਹਨਾਂ ਕੋਲ ਤਾਂ ਇਹ ਵੀ ਰਿਕਾਰਡ ਨਹੀਂ ਗਾ ਵੀ ਕਾਲੇ ਪਾਣੀ ਦੇ ਵਿੱਚ ਪੰਜਾਬ ਤੋਂ ਕਿੰਨੇ ਲੋਕ ਰਹੇ ਸੀਗੇ। ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ, ਲੇਕਿਨ ਕੰਕਰੀਟ ਗੱਲ ਕਰਨੀ, ਸਰਕਾਰਾਂ ਰਹੀਆਂ ਇੱਥੇ ਹੁਣ ਤੱਕ, ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਮੈਨੂੰ ਸੋਚਣ ਵਾਲੀ ਗੱਲ ਕਹਿਣਾ ਪੈਂਦਾ। ਚਲੋ ਉਹ ਗੱਲ ਵੱਖਰੀ ਹੈ, ਲੇਕਿਨ ਸਿਰਫ ਇਹੀ ਗੱਲ ਕਰੀ ਜਾਣੀ ਕਿ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ। ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਲੀਡਰਸ ਨੂੰ ਸਟੇਟਸਮੈਨ ਲਾਈਕ ਸਟੇਟਮੈਂਟ ਦੇਣੀ ਚਾਹੀਦੀ ਹੈ ਇਸ ਇਸ਼ੂ ਤੇ। ਇਸ਼ੂ ਸਿਰਫ ਇਹਨਾਂ ਦੀਆਂ ਕੁਰਬਾਨੀਆਂ ਦੇਣ ਦਾ ਨਹੀਂ ਹੈ, ਉਹਨਾਂ ਦੇ ਵੀਜ਼ਾ ਰੋਕਣ ਦਾ ਨਹੀਂ। ਇਹ ਨੈਰੇਟਿਵ ਕੀ ਹੈ? ਨੈਰੇਟਿਵ ਦੀ ਜੜ ਤਾਂ ਪੰਜਾਬ ਦੇ ਵਿੱਚ ਹੈ। ਜਦ ਤੱਕ ਪੰਜਾਬ ਦੇ ਵਿੱਚ ਉਹ ਜੜ ਜਿਹੜੀ ਹੈਗੀ ਹੈ ਉਹ ਟੈਕਲ ਨਹੀਂ ਹੁੰਦੀ ਸਿਚੁਏਸ਼ਨ, ਕੈਨੇਡਾ ਉਹਦੀ ਫਾਲ ਆਊਟ ਹੈ। ਜੜ ਕੈਨੇਡਾ ਦੇ ਵਿੱਚ ਨਹੀਂ ਹੈ। ਜੇ ਖਾਲਿਸਤਾਨ ਦੀ ਉੱਥੇ ਗੱਲ ਚੱਲ ਰਹੀ ਹੈ, ਉਹ ਬੂਟਾ ਉੱਥੇ ਪੁੰਗਰ ਰਿਹਾ ਹੈ, ਉਸ ਬੂਟੇ ਦੀ ਜੜ ਇਸ ਪੰਜਾਬ ਦੇ ਵਿੱਚ ਹੈ। ਜਦ ਤੱਕ ਨੈਰੇਟਿਵ ਨੂੰ ਇਸ ਢੰਗ ਦੇ ਨਾਲ ਨਹੀਂ ਸੋਚਿਆ ਜਾਂਦਾ, ਉੱਪਰੋਂ ਤੁਸੀਂ ਛਾਂਗ ਦਿਓ ਦਰਖਤ ਨੂੰ, ਕੋਈ ਗੱਲ ਨਹੀਂ। ਪੰਜਾਬ ਦੇ ਵਿੱਚ ਵੀ ਛਾਂਗਿਆ ਗਿਆ ਸੀਗਾ, ਜੜ ਉਸ ਤਰ੍ਹਾਂ ਹੀ ਰਹੀ, ਉਹ ਜੜ ਫਿਰ ਪੁੰਗਰ ਰਹੀ ਹੈ। ਹੁਣ ਬਾਹਰ ਜ਼ਿਆਦਾ ਖਿਲਰ ਗਈ ਉਹ ਵੇਲ। ਹੁਣ ਸਮੱਸਿਆ ਇੱਥੇ ਬਣੀ ਹੋਈ ਹੈ। ਜਦ ਤੱਕ ਇਹਦੀ ਅੰਡਰਸਟੈਂਡਿੰਗ ਇਸ ਢੰਗ ਨਾਲ ਨਹੀਂ ਹੁੰਦੀ, ਤਦ ਤੱਕ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਸਿਚੁਏਸ਼ਨ ਹੈ ਵੱਧਦੀ ਰਹੇਗੀ। ਹੁਣ ਇਹ ਜਿਹੜੀ ਡਿਮਾਂਡ ਹੈ ਖਾਲਿਸਤਾਨ ਦੀ, ਜਾਂ ਇਸ਼ੂ, ਡਿਮਾਂਡ ਨਾ ਕੋ ਖਾਲਿਸਤਾਨ ਦਾ ਇਸ਼ੂ, ਇਹ ਡਾਇਸਪੋਰਾ 'ਚ ਖਾਸ ਕਰਕੇ ਇਹ ਫਾਲ ਆਊਟ ਹੈ। ਹੁਣ ਕੈਨੇਡਾ ਦਾ ਫਰਕ ਹੈ, ਜਦੋਂ ਉਹਨਾਂ ਨੇ ਗੱਲ ਸ਼ੁਰੂ ਕਰਤੀ ਹੈ, ਨੈਰੇਟਿਵ ਸ਼ੁਰੂ ਉੱਥੋਂ ਹੁੰਦਾ ਹੈ। ਤੇ ਇਹ ਜਿਹੜੀ ਐਵੀਡੈਂਸ ਹੈ, ਕ੍ਰੈਡੀਬਲ ਐਵੀਡੈਂਸ, ਉਹਨਾਂ ਨੇ ਕ੍ਰੈਡੀਬਲ ਐਲੀਗੇਸ਼ਨ ਦੀ ਗੱਲ ਕੀਤੀ ਹੈ। ਇਸ ਤੋਂ ਬਾਅਦ ਜਿਹੜੀ ਕ੍ਰੈਡੀਬਲ ਐਵੀਡੈਂਸ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਜਦ ਤੱਕ ਉਹ ਸਾਹਮਣੇ ਨਹੀਂ ਆਉਂਦੀ ਤੇ ਇਹ ਜਿਹੜੀ ਕ੍ਰਾਈਸਿਸ ਹੈ ਇਹ ਵੱਧਦੀ ਜਾਏਗੀ। ਪਰ ਇੱਕ ਸਵਾਲ ਹੋਰ ਬਣ ਜਾਂਦਾ, ਮੈਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਵੇ, ਮੈਂ ਪਿਛਲੇ 1 ਸਾਲ ਤੋਂ ਦੇਖ ਰਿਹਾ ਕਿ ਜਿਹੜਾ ਰਾਈਟ ਵਿੰਗ ਹੈ ਸਾਡੇ ਸੋਸ਼ਲ ਮੀਡੀਆ ਦੇ ਉੱਤੇ, ਉਹ ਲਗਾਤਾਰ ਖਾਲਿਸਤਾਨ ਤੇ ਸਿੱਖਾਂ ਦੇ ਜਿਹੜੇ ਟ੍ਰੈਂਡ ਹੈ, ਇਹ ਟ੍ਰੈਂਡਿੰਗ ਹੋ ਰਿਹਾ। ਇਹ ਹੈਸ਼ਟੈਗਸ ਲਗਾਤਾਰ ਸਿੱਖਾਂ ਤੇ ਹਰ ਗੱਲ ਤੇ ਅਟੈਕ ਆ ਰਿਹਾ। ਇੱਕ ਜਦੋਂ ਕਿਸਾਨ ਸਟਰਗਲ ਸ਼ੁਰੂ ਹੋਈ ਸੀ ਉਸ ਵੇਲੇ ਤੋਂ ਲੈ ਕੇ ਹੁਣ ਲੇਟੈਸਟ ਇੱਕ ਕਿਸੇ ਸਿੰਗਰ ਨੂੰ ਉਹਦੇ ਪ੍ਰੋਗਰਾਮ ਇੱਥੇ ਬੈਨ ਹੋ ਗਏ ਵਰਚੁਅਲੀ, ਉਹ ਸਪਾਂਸਰ ਭੱਜ ਗਏ। ਉਹ ਕਹਿੰਦੇ ਵੀ ਉਹਨੇ ਕੋਈ ਮੈਪ ਪਾਇਆ ਸੀ ਉਹੋ ਜਿਹਾ। ਸੋ ਚਲੋ, ਅਟੈਕ ਜਿਹੜਾ ਖਾਲਿਸਤਾਨ ਦੇ ਨਾਂ ਤੇ ਰਾਈਟ ਵਿੰਗ ਲਗਾਤਾਰ ਕਰਦਾ ਆ ਰਿਹਾ ਸਿੱਖਾਂ ਤੇ। ਹੁਣ ਸਿੱਖ ਟਾਰਗੇਟ ਇੱਕ ਵਾਰੀ ਫਿਰ ਬਲੂਚਿਸਤਾਨ ਤੋਂ ਬਾਅਦ ਸਿੱਖ ਫਿਰ ਇੱਕ ਵੇਲੇ ਪ੍ਰੋਬਲਮ ਫੇਸ ਕਰਦੇ ਨਜ਼ਰ ਆ ਰਹੇ ਹੈ, ਸਿੱਖ ਟਾਰਗੇਟ ਹੋ ਰਹੇ ਹੈ। ਇਹਦਾ ਅਸਰ ਸਿਰਫ ਕੈਨੇਡਾ ਦਾ ਇਸ਼ੂ ਨਹੀਂ ਹੈ। ਜਦੋਂ ਸਿੱਖ ਪੰਜਾਬ ਦੇ ਵਿੱਚ ਵੀ ਟਾਰਗੇਟ ਹੋਣਗੇ, ਰਾਈਟ ਵਿੰਗ ਸਿੱਖਾਂ ਨੂੰ ਸੋਸ਼ਲ ਮੀਡੀਆ ਤੇ ਹਿੰਦੁਸਤਾਨ 'ਚ ਵੀ ਟਾਰਗੇਟ ਕਰੇਗਾ, ਤਾਂ ਇਹਦਾ ਇੰਪੈਕਟ ਬਹੁਤ ਦੂਰ ਤੱਕ ਜਾਏਗਾ। ਇੱਕ ਵਾਰੀ ਤਾਂ
ਇਹ ਰੌਲਾ ਪਹਿਲਾਂ ਬਹੁਤ ਪੈ ਚੁੱਕਿਆ ਕਿ ਇਹਦਾ ਅਸਰ ਅੱਗੇ ਫਾਲ ਆਊਟ ਕੀ ਹੋ ਸਕਦਾ ਹੈ। ਸਾਰਿਆਂ ਨੇ ਪਹਿਲਾਂ ਭੁਗਤਿਆ ਹੈ ਇਹਦਾ ਫਾਲ ਆਊਟ ਪੰਜਾਬ ਦਾ। ਇਹ ਸਿਰਫ ਪੰਜਾਬ ਦਾ ਇਸ਼ੂ ਨਹੀਂ ਸੀ ਜੋ ਕੁਛ 1992 ਤੱਕ ਹੁੰਦਾ ਰਿਹਾ। ਇਹਨੇ ਨੈਸ਼ਨਲ ਪੋਲੀਟੀਕਲ ਡਿਸਕੋਰਸ, ਸਿਕਿਉਰਿਟੀ ਸਿਚੁਏਸ਼ਨ, ਸਭ ਕੁਝ ਨੂੰ ਇੰਪੈਕਟ ਕੀਤਾ ਸੀ। ਅਸੀਂ ਉਹ ਰੈਪੂਟੇਸ਼ਨ ਕਿਉਂ ਦੇਖਣਾ ਚਾਹੁੰਦੇ ਹਾਂ, ਗੱਲ ਇਹ ਹੈ। ਸੋ ਉਹ ਸਿਚੁਏਸ਼ਨ ਅਵਾਇਡ ਕਰਨੀ ਚਾਹੀਦੀ ਹੈ। ਇਹਦੇ ਹੱਲ ਵੱਲ ਤੁਰਨਾ ਚਾਹੀਦਾ ਹੈ, ਕੈਨੇਡਾ ਨੂੰ ਵੀ ਤੇ ਹਿੰਦੁਸਤਾਨ ਨੂੰ ਵੀ। ਜੀ ਸਰਦਾਰ ਹਮੀਦ ਸਿੰਘ ਜੀ, ਇਹ ਜਿਹੜਾ ਮਾਮਲਾ ਜਿੱਦਾਂ ਕ੍ਰੈਡੀਬਲ ਐਵੀਡੈਂਸ ਦੀ ਗੱਲ ਹੋਣਾ ਹੈ, ਜੇਕਰ ਤਲਖੀ ਇੰਨੀ ਵੱਧ ਗਈ ਹੈ ਤਾਂ ਇਹਦਾ ਮਤਲਬ ਕਿ ਜਾਂਚ ਵੀ ਉਨੀ ਸਪੀਡ ਅਪ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਤਲਖੀ ਘਟਾਉਣੀ ਆ ਤਾਂ ਇੱਕ ਹੀ ਰਸਤਾ ਹੈ ਕਿ ਇਹਦੇ ਵਿੱਚ ਤੁਸੀਂ ਕੋਈ ਤੱਥ ਜਿਹੜੇ ਬਹੁਤ ਸਟੀਕ ਹੋਣ ਉਹ ਸਾਹਮਣੇ ਰੱਖੋ। ਜੇ ਤੁਸੀਂ ਜੋ ਕਿਹਾ ਜਾਂਚ ਕਿਸੇ ਹੋਰ ਦਿਸ਼ਾ ਨੂੰ ਜਾਂਦੀ ਹੈ ਤਾਂ ਫਿਰ ਵੀ ਤੁਹਾਨੂੰ, ਕਿਉਂਕਿ ਇਹਦੇ ਤੋਂ ਬਿਨਾਂ ਤੁਹਾਡੇ ਕੋਲ ਕੋਈ ਬਹੁਤਾ ਜ਼ਿਆਦਾ ਰਸਤਾ ਬਚਦਾ ਨਹੀਂ ਰਿਸ਼ਤੇ ਠੀਕ ਕਰਨ ਦਾ। ਦੂਜੀ ਗੱਲ ਤੁਸੀਂ ਵੀ ਸੁਣੀ ਹੋਊਗੀ ਵਿਦੇਸ਼ ਮੰਤਰਾਲੇ ਦੀ ਉਹ ਪ੍ਰੈਸ ਕਾਨਫਰੰਸ, ਤੁਸੀਂ ਇਹਦੇ ਵਿੱਚੋਂ ਜੋ ਕੱਢ ਸਕੇ ਜਾਂ ਜੋ ਤੁਹਾਨੂੰ ਨਜ਼ਰ ਆਇਆ ਕਿ ਅਸੀਂ ਕਿੰਨੀ ਕੁ ਜ਼ਿਆਦਾ ਅਗਲੇ ਦਿਨਾਂ 'ਚ ਮੁਸ਼ਕਲ ਫੇਸ ਕਰਨ ਵਾਲੇ ਆ, ਕਿਉਂਕਿ ਜਦੋਂ ਸਰਦੀ ਉਤਰਨ ਲੱਗਦੀ ਆ, ਹੁਣ ਲਗਭਗ ਮੌਸਮ ਸਵੇਰੇ ਸ਼ਾਮ ਠੰਡਾ ਹੋਣਾ ਸ਼ੁਰੂ ਹੋ ਗਿਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਤਰਨ ਲੱਗ ਗਏ ਨੇ ਇੱਥੇ। ਸੋ ਕੈਨੇਡਾ ਦੇ ਵਿੱਚ ਜਿਹੜੇ ਸਿਟੀਜ਼ਨ ਨੇ ਜਿਨ੍ਹਾਂ ਨੂੰ ਵੀਜ਼ਾ ਲੈਣਾ ਪੈਂਦਾ, ਕਿਉਂਕਿ ਜਿਹੜੇ ਅਜੇ PR ਨੇ ਜਾਂ ਜਿਹੜੇ ਜਿਨ੍ਹਾਂ ਕੋਲ OCI ਕਾਰਡ ਹੈਗੇ ਉਹਨਾਂ ਨੂੰ ਤਾਂ ਸ਼ਾਇਦ ਮੁਸ਼ਕਲ ਨਹੀਂ ਆਊਗੀ, ਲੇਕਿਨ ਜਿਨ੍ਹਾਂ ਨੂੰ ਵੀਜ਼ਾ ਲੈ ਕੇ ਆਉਣਾ ਪੈਣਾ ਉਹ ਉਹੀ ਲੋਕ ਨੇ ਜਿਹੜੇ ਬੜੇ ਸਾਲਾਂ ਤੋਂ, 2-2 ਦਹਾਕਿਆਂ ਤੋਂ ਉਧਰ ਬੈਠੇ ਹੋਏ ਨੇ। ਸੋ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਲਦੀ ਨਿਪਟ ਜਾਊਗਾ, ਛੇਤੀ ਹੱਲ ਹੋਣ ਵਾਲੇ ਪਾਸੇ ਨੂੰ ਵੱਧ ਰਿਹਾ ਜਾਂ ਨਹੀਂ? ਨਹੀਂ ਲੱਗਦਾ ਨਹੀਂ ਹੈ, ਕਿਉਂਕਿ ਜਿਹੋ ਜਿਹੇ ਸਟੈਂਡ ਲਏ ਜਾ ਰਹੇ ਨੇ ਦੋਨੇ ਧਿਰਾਂ ਵੱਲੋਂ ਉਹਦੇ ਚ ਲਗਾਤਾਰਤਾ ਬਣੀ ਰਹਿਣ ਦੀ ਸੰਭਾਵਨਾ ਹੈ। ਉਧਰ ਨੂੰ ਹੀ ਅਜੇ ਕੋਈ ਇਹੋ ਜਿਹਾ ਸਟੈਂਡ ਨਹੀਂ ਆਇਆ ਜਿਸ ਲੈਵਲ ਦਾ। ਜੇ ਤੁਸੀਂ ਵੱਡੀਆਂ ਅਖਬਾਰਾਂ ਦੇਖੋ ਜਿਹੜੀਆਂ ਰਨ ਕਰਦੀਆਂ ਨੇ, ਓਵਰਆਲ ਦਾ ਇਕਨੋਮਿਸਟ ਨਿਕਲਦਾ ਵੱਡਾ ਪੇਪਰ, ਉਹਦਾ ਐਡੀਟੋਰੀਅਲ ਹੈ, ਔਰ ਦ ਲੰਡਨ ਟਾਈਮਜ਼ ਹੈ ਉਹਦਾ ਐਡੀਟੋਰੀਅਲ ਹੈ। ਡਿਫਰੈਂਟ ਟਾਈਪ ਦੇ ਐਡੀਟੋਰੀਅਲ ਚੱਕ ਕੇ ਦੇਖੋ, ਉਹ ਬਲੇਮ ਟੋਟਲੀ ਕਰਦੇ ਨੇ ਉਸ ਐਂਗਲ ਤੋਂ ਫੜ ਕੇ ਵੀ ਟਰੂਡੋ ਨੇ ਜੋ ਕਿਹਾ ਜਾਂ ਬਾਕੀ ਚੀਜ਼ਾਂ ਕਿਹਾ ਠੀਕ ਹੈ। ਤੇ ਉਹ ਤਾਂ ਇੱਥੋਂ ਤੱਕ ਆ ਗਏ ਕਿ ਮਤਲਬ ਉਹਨਾਂ ਦਾ ਕਨਕਲੂਜਨ ਉੱਥੇ ਜਾ ਕੇ ਪੂਰਾ ਹੁੰਦਾ ਹੈ ਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਰਿਗਰੈਟ ਕਰਨਾ ਚਾਹੀਦਾ ਇਹਦੇ ਤੇ। ਜੇ ਰਿਗਰੈਟ ਨਹੀਂ ਕਰਦੇ ਤਾਂ ਇਹਦਾ ਮਤਲਬ ਰਿਲੇਸ਼ਨ ਦੇ ਵਿੱਚ ਸੁਧਾਰ ਦੀ ਗੁੰਜਾਇਸ਼ ਨਹੀਂ, ਕਿਉਂਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਇੱਕ ਦੇਸ਼ ਦੀ ਸੋਵਰੇਨਟੀ ਦਾ ਮਤਲਬ ਨਾਰਮਲੀ ਜਿਹੜਾ ਪੱਛਮੀ ਮੀਡੀਆ ਨਾ ਐਡੇ ਜਿਹੜੇ ਪੇਪਰ ਨਾਰਮਲੀ ਨਾ ਐਡੀਟੋਰੀਅਲ ਲਿਖਦੇ ਨੇ ਨਾ ਬਹੁਤ ਚੀਜ਼ਾਂ ਉਹਦੇ ਚ ਆਉਂਦੀਆਂ ਨੇ। ਇਹਦਾ ਮਤਲਬ ਉਹ ਗਵਰਨਮੈਂਟਾਂ ਵੀ ਚਾਹੁੰਦੀਆਂ ਨੇ ਕਿ ਇਹਨੂੰ ਕਹਾਂ ਤੱਕ, ਕਿੱਥੇ ਤੱਕ ਲੈ ਕੇ ਜਾਣਾ ਹੈ ਤੇ ਕਿੱਥੇ ਤੱਕ ਵੱਡਾ ਇਸ਼ੂ ਇਹ ਬਣੇਗਾ ਉਸ ਪੱਧਰ ਦੇ ਉੱਤੇ। ਨਹੀਂ, ਪਰ ਸਰਦਾਰ ਹਮੀਦ ਸਿੰਘ ਜੀ, ਰਿਗਰੈਟ ਕਿਸ ਚੀਜ਼ ਦਾ ਪ੍ਰਧਾਨ ਮੰਤਰੀ ਕਰਨ ਜਦੋਂ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ ਅਜੇ? ਐਡੀਟੋਰੀਅਲ ਇਹ ਕਹਿ ਰਹੇ ਨੇ। ਨਹੀਂ, ਉਹਨਾਂ ਨੇ ਕੋਈ ਆਧਾਰ ਤਾਂ ਬਣਾਇਆ ਹੋਊਗਾ ਨਾ ਜੀ। ਉਹਨਾਂ ਦਾ ਆਧਾਰ ਬਣਾਇਆ ਕਿ ਆਪਣੇ ਪਾਰਲੀਮੈਂਟ ਦੇ ਵਿੱਚ ਸਾਡੇ ਬੈਸਟ ਪ੍ਰਾਈਮ ਮਿਨਿਸਟਰ ਜਦੋਂ ਜਾਂ ਪ੍ਰੈਜ਼ੀਡੈਂਟ ਬੋਲਦਾ ਤਾਂ ਉਹ ਤੱਥਾਂ ਤੋਂ ਬਿਨਾਂ ਨਹੀਂ ਬੋਲਦਾ। ਇਹ ਉਹਨਾਂ ਦੀ ਕ੍ਰੈਡੀਬਿਲਿਟੀ ਆਪਣੇ ਪ੍ਰੈਜ਼ੀਡੈਂਟਾਂ ਬਾਰੇ, ਪ੍ਰਾਈਮ ਮਿਨਿਸਟਰਾਂ ਬਾਰੇ ਹੈ। ਮਤਲਬ ਉਸ ਨੂੰ ਆਧਾਰ ਬਣਾ ਕੇ ਉਹ ਅੱਗੇ ਦੀ ਗੱਲ ਕਰ ਰਹੇ ਨੇ। ਔਰ ਉਸ ਮਾਮਲੇ ਦੇ ਵਿੱਚ ਇਹ ਹੈ ਵੀ ਉਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਵੀ ਹੈ, ਉਹਨਾਂ ਮੈਗਜ਼ੀਨਾਂ ਦੀ ਜਿਸ ਲੈਵਲ ਦੀ ਕ੍ਰੈਡੀਬਿਲਿਟੀ ਹੈ ਇਹ ਵੀ ਸਾਨੂੰ ਪਤਾ ਸਾਰੇ ਵਿੱਚ ਵੀ ਕਿਸ ਲੈਵਲ ਦੀ ਹੈ। ਪਰ ਫਿਰ ਵੀ ਮੈਂ ਇਹ ਗੱਲ ਕਹਿ ਰਿਹਾ ਕਿ ਅੱਗੇ ਤੋਂ ਅੱਗੇ ਐਕਸ਼ਨ ਚੱਲ ਰਹੇ ਨੇ। ਜਿਵੇਂ ਹੁਣ ਇਹ ਵੀਜ਼ਾ ਆ ਗਿਆ, ਜਿਹੜਾ ਜਿਨ੍ਹਾਂ ਕੋਲ ਕੈਨੇਡੀਅਨ ਵੀਜ਼ਾ ਹੈ ਉਹਨਾਂ ਤੇ ਵੀ ਉੱਥੇ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹਦੇ ਚ ਵੀ ਕਿਹਾ ਇਹ ਗਿਆ ਕਿ ਇਹ ਸਿਕਿਉਰਿਟੀ ਰੀਜਨ ਕਰਕੇ ਅਸੀਂ ਸਟੇ ਕੀਤਾ। ਸਿਕਿਉਰਿਟੀ ਰੀਜਨ ਕਰਕੇ ਤਾਂ ਕੀਤਾ ਕਿਉਂਕਿ ਜਿਹੜੇ ਥ੍ਰੈਟ ਆ ਰਹੇ ਨੇ ਉਹਨਾਂ ਥ੍ਰੈਟਸ ਦੇ ਵਾਸਤੇ ਸਾਡੇ ਕੰਮ 'ਚ ਵਿਘਨ ਪੈ ਰਿਹਾ ਹੈ। ਇਸ ਕੰਮ 'ਚ ਵਿਘਨ ਪੈਣ ਦੇ ਕਰਕੇ ਇਹ ਵੀਜ਼ੇ ਜਾਰੀ ਨਹੀਂ ਹੋ ਸਕਦੇ ਜੀ। ਔਰ ਨਾਲ ਦੀ ਨਾਲ ਇਹ ਲਿਖਿਆ ਉਹਦੇ ਵਿੱਚ ਉਸੇ ਪ੍ਰੈਸ ਕਾਨਫਰੰਸ ਇਹ ਕਹਿੰਦੀ ਹੈ ਕਿ ਅਸੀਂ ਕੈਨੇਡੀਅਨ ਗਵਰਨਮੈਂਟ ਨੂੰ ਲਿਖਿਆ ਕਿ ਡਿਪਲੋਮੈਟਸ ਦੀ ਜਿਹੜੀ ਸੁਰੱਖਿਆ ਹੁੰਦੀ ਹੈ ਜਾਂ ਜਿਹੜੇ ਦਫ਼ਤਰਾਂ ਦੀ ਸੁਰੱਖਿਆ ਹੁੰਦੀ ਹੈ ਉਹ 'ਚ ਪੈਰਿਟੀ ਹੋਣੀ ਚਾਹੀਦੀ ਹੈ ਤੇ ਜਿੰਨੀ ਸਿਕਿਉਰਿਟੀ ਤੁਸੀਂ ਆਪਣੇ ਬੰਦਿਆਂ ਦੀ ਕਰਦੇ ਹੋ ਉਨੀ ਸਿਕਿਉਰਿਟੀ ਸਾਡੇ ਨਹੀਂ ਹੈ, ਉਹਦੇ 'ਚ ਬਖਰੇਮ ਹੈ ਤੇ ਉਹਨੂੰ ਪੂਰੀ ਕੀਤੀ ਜਾਣੀ ਚਾਹੀਦੀ ਹੈ ਉਸ ਪੱਧਰ ਤੇ, ਤਾਂ ਕਿ ਉਹ ਅਹਿਸਾਸ ਜਿਹੜਾ ਡਰ ਦਾ। ਹੁਣ ਇਹਨਾਂ ਤੱਥਾਂ 'ਚ ਕਿੰਨੀ ਕੀ ਹੈ ਇਹ ਸਾਡਾ ਇੱਕ ਅਧਿਕਾਰੀ ਕਹਿ ਰਹੇ ਨੇ ਅਰਿੰਦਮ ਬਖਸ਼ੀ, ਜਿਹੜੇ ਮਤਲਬ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਨੇ ਉਹ ਤੱਥ ਸਾਰੇ ਆਪਣੇ ਵੱਲੋਂ ਜੋ ਚੀਜ਼ਾਂ ਨੇ। ਤੇ ਨਾਲ ਦੀ ਨਾਲ ਉਹਨੇ ਇਹ ਵੀ ਕਹਿਤਾ ਸਾਡੇ ਤੋਂ ਇਲਾਵਾ ਇੱਕ ਕਿ ਉਹਨਾਂ ਦੇ ਪੁਖਤਾ ਸਬੂਤਾਂ ਦੀ ਸਾਨੂੰ ਉਡੀਕ ਹੈ ਤੇ ਅਸੀਂ ਨਿੱਜਰ ਦੇ ਬਾਰੇ ਵੀ ਉਹਨਾਂ ਨੂੰ ਕਈ ਵਾਰ ਪੁਖਤਾ ਸਬੂਤ ਦਿੱਤੇ ਸੀਗੇ ਤੇ ਅਸੀਂ 20 ਤੋਂ ਵੱਧ ਹੋਰ ਜਿਹੜੇ ਟੈਰਰਿਸਟ, ਜਿਹੜਾ ਸ਼ਬਦ ਉਹਨਾਂ ਨੇ ਯੂਜ਼ ਕੀਤਾ ਇੰਡੀਵਿਜੂਅਲਸ ਬਾਰੇ ਜਾਣਕਾਰੀ ਦੇ ਚੁੱਕੇ ਆ ਕਿ ਜਾਂ ਤਾਂ ਤੁਸੀਂ ਉਹੋ ਜਿਹੀ ਕਾਰਵਾਈ ਕਰੋ ਜਾਂ ਸਾਡੇ ਭੇਜ ਦਿਓ ਉਹਨਾਂ ਨੂੰ,
ਤੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਹੈ, ਜਿਹੜਾ ਇਹਦਾ ਮਤਲਬ ਇਹ ਗੱਲ ਕਹਿ ਰਹੇ ਨੇ। ਹੁਣ ਸਭ ਤੋਂ ਬੜਾ ਕੁਐਸਚਨ ਇਹ ਪੈਦਾ ਹੁੰਦਾ ਵੀ ਜੇ ਉਹਨਾਂ ਨੇ ਸੁਣੀ ਨਹੀਂ ਜਾਂ ਜੇ ਕੁਝ ਕਰਦਾ ਤਾਂ ਤੁਹਾਡਾ ਰਿਐਕਸ਼ਨ ਕਿਵੇਂ ਦਾ ਹੋਏਗਾ? ਫਿਰ ਇੱਕ ਦੇਸ਼ ਦੂਸਰੇ ਦੇਸ਼ ਨਾਲ ਬਿਹੇਵ ਕਿਵੇਂ ਕਰੇਗਾ? ਕੀ ਉਹ ਮੁੱਦਾ ਫਿਰ ਇੰਟਰਨੈਸ਼ਨਲੀ ਲਿਜਾਣ ਦਾ ਸਵਾਲ ਹੈ? ਨਹੀਂ ਸੀਗਾ। ਕੀ ਉਹ ਬਾਕੀ ਫੋਰਮਾਂ ਤੇ ਉਠਾਇਆ ਜਾਣਾ ਚਾਹੀਦਾ ਸੀ ਫਿਰ ਜੇਕਰ ਨਹੀਂ ਕਰਨਾ ਸੀ? ਜਾਂ ਕੋਈ ਇਹੋ ਜਿਹਾ ਚੀਜ਼ਾਂ ਦੀ ਪਲਾਨ ਕੀਤੀ ਜਾ ਸਕਦੀ ਹੁੰਦੀ ਹੈ ਵੀ ਤੁਸੀਂ ਉੱਥੇ ਜਾ ਕੇ ਕੋਈ ਇਹੋ ਜਿਹਾ ਤਰੀਕਾ ਵੀ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ? ਹਜੇ ਸਬੂਤ ਆਉਣਾ ਕੀ ਹੋਇਆ ਕੀ ਨਹੀਂ, ਪਰ ਇਸ ਪ੍ਰੈਸ ਕਾਨਫਰੰਸ ਤੋਂ ਸੰਕੇਤ ਇਹ ਮਿਲਦਾ ਵੀ ਅਸੀਂ ਦੱਸ ਚੁੱਕੇ ਹਾਂ ਤੇ ਉਹਨਾਂ ਨੇ ਨਹੀਂ ਇਸ ਗੱਲ ਨੂੰ ਧਿਆਨ ਦਿੱਤਾ, ਸਾਡੀ ਗੱਲ ਨੂੰ ਸੁਣਿਆ ਨਹੀਂ ਉਸ ਪੱਧਰ ਦੇ ਉੱਤੇ। ਇਸ ਲਈ ਇਹ ਤੱਥ ਦੱਸ ਰਹੇ ਨੇ, ਸੰਕੇਤ ਇਹ ਦੱਸ ਰਹੇ ਨੇ ਵੀ ਮਾਮਲਾ ਛੇਤੀ ਨਿਪਟਣ ਵਾਲਾ ਨਹੀਂ ਹੈ, ਹਜੇ ਮਾਮਲਾ ਅੱਗੇ ਵਧੂਗਾ ਉਸ ਪੱਧਰ ਦੇ ਉੱਤੇ। ਹੁਣ ਕੁਐਸਚਨ ਇਹ ਹੈ ਕਿ ਇਹਦਾ ਡੈਮੇਜ ਕੀ ਹੋ ਰਿਹਾ ਸਾਡੇ ਸਾਰੇ ਮਾਮਲੇ, ਖਾਸ ਤੌਰ ਤੇ ਪੰਜਾਬ, ਇੰਡੀਆ ਔਰ ਕੈਨੇਡਾ ਦੇ ਜਿਹੜੇ ਰਿਲੇਸ਼ਨ ਨੇ ਆਪਸ ਦੇ ਵਿੱਚ। ਇੱਕ ਤਾਂ ਉਹ 5 ਦੇਸ਼ਾਂ ਨਾਲ ਰਿਲੇਸ਼ਨ ਉਹੋ ਜਿਹੇ ਬਣਦੇ ਨਜ਼ਰ ਆ ਰਹੇ ਨੇ। 5 ਜਿਹੜੇ ਮਤਲਬ 5 ਆਈ ਦੇਸ਼ ਨੇ ਜਿਹੜਾ ਨੇ ਇੰਟੈਲੀਜੈਂਸ ਸਾਂਝੀ ਕੀਤੀ ਆ, ਉਹ ਲਗਾਤਾਰ ਬੋਲਣ ਲੱਗੇ ਨੇ ਉਹਨਾਂ ਦੇ ਬੰਦੇ ਵੀ। ਕਿਸੇ ਦਾ ਵਿਦੇਸ਼ ਮੰਤਰਾਲਾ ਬੋਲ ਰਿਹਾ, ਵਾਈਟ ਹਾਊਸ ਨੇ ਆਪਣੇ ਵੱਲੋਂ ਜਾਰੀ ਕੀਤਾ, ਡਿਫਰੈਂਟ ਟਾਈਪ ਦੇ ਉਹਨਾਂ ਵੱਲੋਂ ਜਾਰੀ ਹੋ ਰਹੇ ਨੇ। ਜਦੋਂ ਇਹ ਇੱਕ ਓਵਰਆਲ ਗਲੋਬਲ ਲੈਵਲ ਤੇ ਵਰਲਡ ਫੋਰਮਾਂ ਤੇ ਗੱਲ ਜਾਂਦੀ ਹੈ, ਮਤਲਬ ਭਾਰਤ ਦੇ ਖਿਲਾਫ ਜੇ ਇੰਨੇ ਦੇਸ਼ ਬੋਲਣ ਲੱਗਦੇ ਨੇ ਵੀ ਆਹ ਗੱਲ ਆ, ਕ੍ਰੈਡੀਬਿਲਿਟੀ ਆ, ਤਾਂ ਇੱਕ ਇਮੇਜ ਦਾ ਕੁਐਸਚਨ, ਇੱਕ ਛਵੀ ਦਾ ਸਵਾਲ ਹੈ। ਇਹ ਸਵਾਲ ਵੀ ਪੁੱਛਿਆ ਗਿਆ ਸੀਗਾ। ਇਸ ਸਵਾਲ ਦਾ ਜਵਾਬ ਜਿਹੜਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਦਿੱਤਾ ਹੈ ਉਹ ਇਹ ਦਿੱਤਾ ਹੈ ਕਿ ਇੰਟਰਨੈਸ਼ਨਲ ਜਿਹੜੀ ਛਵੀ ਹੈ ਉਹਦੇ ਬਾਰੇ ਉਸ ਦੇਸ਼ ਨੂੰ ਦੇਖਣਾ ਚਾਹੀਦਾ ਜੋ ਜਿੱਥੇ ਟੈਰਰਿਜ਼ਮ ਵੱਧ ਰਿਹਾ, ਜਿੱਥੇ ਮਤਲਬ ਆਰਗੇਨਾਈਜ਼ਡ ਕ੍ਰਾਈਮ ਵੱਧ ਰਿਹਾ, ਇਹ ਉਸ ਦੇਸ਼ ਨੂੰ ਸੋਚਣਾ ਚਾਹੀਦਾ, ਕੈਨੇਡਾ ਵਰਗੇ ਨੂੰ। ਉਹਨਾਂ ਦਾ ਜਵਾਬ ਕੇਵਲ ਇੰਨਾ ਹੈ ਇਸ ਮਾਮਲੇ ਦੇ ਉੱਤੇ। ਹੁਣ ਪਰ ਕ੍ਰੈਡੀਬਿਲਿਟੀ ਆਪਾਂ ਨੂੰ ਪਤਾ ਕਿ ਨੈਰੇਟਿਵ ਔਰ ਭਰੋਸਾ ਜਿਹਦਾ ਚੱਲਦਾ ਹੁੰਦਾ ਦੁਨੀਆ ਦੇ ਵਿੱਚ ਉਹਦੀ ਜ਼ਿਆਦਾ ਮੰਨੀ ਜਾਂਦੀ ਹੈ ਕਈ ਵਾਰ ਉਸ ਮਾਮਲੇ 'ਚ। ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਆਪਣੇ ਵੀ ਸਾਡੇ ਨਾਲ ਧੱਕਾ ਹੋ ਗਿਆ, ਪਾਣੀ ਦੇ ਮਾਮਲੇ ਤੇ ਪੰਜਾਬ ਨਾਲ ਧੱਕਾ ਫਲਾਣਾ, ਕੋਈ ਸੁਣੂਗਾ ਨਹੀਂ ਨਾ ਇੰਡੀਆ 'ਚ। ਜਿਹਦਾ ਨੈਰੇਟਿਵ ਚੱਲਦਾ ਬਲਡੋਜ਼ ਕਰਕੇ ਉਹ ਦੱਬ ਕੇ ਲੈ ਜਾਂਦਾ, ਉਹ ਗੱਲ ਠੀਕ ਹੈ ਨਹੀਂ ਠੀਕ ਹੈ, ਇਹ ਉਦੋਂ ਬਾਅਦ ਦੇ ਸਵਾਲ ਨੇ। ਸਵਾਲ ਇੱਕ ਨੈਰੇਟਿਵ ਸਿਰਜਣ ਦੇ ਵਿੱਚ ਜਦੋਂ ਤੁਸੀਂ ਕੰਪੀਟੀਸ਼ਨ ਚਾਹੁੰਦੇ ਹੋ ਉਦੋਂ ਦੀ ਗੱਲ ਹੈ। ਦੂਜੀ ਗੱਲ, ਕੈਨੇਡਾ ਨਾਲ ਸਾਡਾ ਵਪਾਰ $3.6 ਬਿਲੀਅਨ ਦਾ ਹੈ। 17ਵਾਂ ਕੰਟਰੀ ਹੈ ਜਿਹੜਾ ਮੋਸਟ ਇਨਵੈਸਟਰ ਹੈ, ਸਭ ਤੋਂ ਬੜਾ ਇਨਵੈਸਟਰ ਦੇ ਤੌਰ ਤੇ 17ਵਾਂ ਜਿਹੜਾ ਇੰਡੀਆ ਦੇ ਵਿੱਚ ਇਨਵੈਸਟ ਕਰਨ ਵਾਲਾ ਦੇ ਤੌਰ ਦੇ ਉੱਤੇ ਸਾਨੂੰ ਦੇਖਦਾ। ਫਿਰ ਇਹਦੇ ਨਾਲ ਹਿਊਮਨ ਰਿਲੇਸ਼ਨ ਦਾ ਸਾਡੇ ਸਵਾਲ ਇਹ ਹੈ ਕਿ ਕਿੰਨੇ ਭਾਰਤੀ ਲਗਭਗ 2018 ਤੋਂ ਬਾਅਦ ਪੂਰੇ ਗਲੋਬ ਦੇ ਵਿੱਚੋਂ ਜਿਹੜੇ ਇੰਟਰਨੈਸ਼ਨਲ ਲੋਕ ਜਾਂਦੇ ਨੇ ਉੱਥੇ, ਉਹਦਾ 47% ਇੰਡੀਆ ਚੋਂ ਜਾ ਰਿਹਾ ਹੈ। ਪਿਛਲੇ 18 ਤੋਂ ਲੈ ਕੇ 23 ਤੱਕ ਦਾ ਜੇਕਰ ਡਾਟਾ ਉਸ ਲੈਵਲ ਦੇ ਉੱਤੇ ਅਸੀਂ ਦੇਖਿਆ ਜਾਏ ਉਸ ਪੱਧਰ ਦੇ ਉੱਤੇ, ਪੰਜਾਬੀ ਉਹਦੇ ਚ ਬਿਨਾਂ ਸ਼ੱਕ ਪੰਜਾਬੀ ਵੀ ਵੱਡੀ ਗਿਣਤੀ ਦੇ ਵਿੱਚ ਉਸ ਲੈਵਲ ਤੇ ਸ਼ਾਮਲ ਨੇ। ਫਿਰ ਜਿਹੜੀ ਉੱਥੇ ਇੱਕ ਮਾਹੌਲ, ਇੱਕ ਤਾਂ ਇਹ ਬਹੁਤ ਬੜਾ ਕੁਐਸਚਨ ਹੈ, ਇਹ ਹਿਊਮਨਟੇਰੀਅਨ ਕੁਐਸਚਨ ਵੀ ਹੈ ਔਰ ਇਕਨੋਮੀ ਦਾ ਸਵਾਲ ਵੀ ਹੈ ਜਿਹੜੇ ਲੋਕ ਉਸ ਕਰਦੇ ਨੇ। ਔਰ ਜੇਕਰ ਹੁਣ ਉਹ ਕੈਨੇਡੀਅਨ ਸਿਟੀਜ਼ਨ ਨਹੀਂ ਆਉਣਗੇ ਇੱਥੇ ਤਾਂ ਨਾਰਮਲੀ ਜਿਹੜੇ ਆਉਂਦੇ ਸੀ ਇਹਨਾਂ ਸਰਦੀਆਂ ਦੇ ਵਿੱਚ, ਪੰਜਾਬ ਨੂੰ ਤਾਂ ਡਾਇਰੈਕਟ ਮੇਰੇ ਖਿਆਲ ਹੈ ਪ੍ਰੋਬਲਮ ਇਸ ਲੈਵਲ ਤੇ ਆ ਜਾਏਗੀ ਮਾਰਕੀਟ ਦੀ ਵੀ। ਹਰ 10-20 ਲੱਖ ਰੁਪਇਆ ਖਰਚ ਕਰਕੇ ਜਾਂਦਾ, ਕੋਈ ਕਿਸੇ ਵਿਆਹ ਲਈ ਆਉਂਦਾ, ਕੋਈ ਕਿਸੇ ਹੋਰ ਫੰਕਸ਼ਨ ਲਈ, ਕੋਈ ਕਾਸੇ ਲਈ, ਕੋਈ ਕਾਸੇ ਲਈ, ਤਾਂ ਜਿਹੜਾ ਉਹ ਖਰਚਾ ਜਿਹੜਾ ਇੱਥੇ ਦੀ ਮਾਰਕੀਟ ਦੇ ਵਿੱਚ ਪੰਪ ਹੁੰਦਾ ਥੋੜਾ ਬਹੁਤ, ਉਹ ਪੈਸਾ ਜਿਹੜਾ ਜਿਸ ਲੈਵਲ ਦਾ ਸੀ ਉਹ ਵੀ ਇੱਕ ਲੈਵਲ ਤੇ ਸਟੇ ਹੋ ਜਾਏਗਾ ਜਦੋਂ ਵੀਜ਼ਾ ਸਟੇ ਉਸ ਪੱਧਰ ਦੇ ਉੱਤੇ ਜਾਂਦਾ। ਤੀਜਾ ਇਹ ਹੈ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਸਪਸ਼ਟ ਨਹੀਂ ਪਤਾ ਹੁੰਦਾ ਕਿਹੜਾ ਬਿੱਲ, ਕਿਹੜੀ ਨੌਕਰੀ, ਕਿਹੜੀ ਰੂਲ ਹੈ, ਕਿਹੜਾ ਨਹੀਂ। ਤਾਂ ਉਹ ਦਿਲ ਧੜਕਦੇ ਨੇ ਜਿਨ੍ਹਾਂ ਦੇ ਬੱਚੇ ਉੱਥੇ ਨੇ, ਉਹੀ ਚਾਹੇ ਉਹਨਾਂ ਤੇ, ਹਾਲਾਂਕਿ ਵੀਜ਼ਾ ਉਹਨਾਂ ਨੂੰ ਵਾਪਸ ਆਉਣ ਚ ਜੇ ਪ੍ਰੋਬਲਮ ਨਹੀਂ ਹੈ, ਜਾਂ ਜਿਹੜੇ OIC ਵਾਲੇ ਨੇ ਉਹਨਾਂ ਨੂੰ ਨਹੀਂ ਹੈ, ਪਰ ਸਭ ਦੇ ਦਿਮਾਗ ਤਾਂ ਇਹ ਲੱਗ ਜਾਂਦੇ ਨਾ ਵੀ ਕੀ ਪਤਾ ਹੈ। ਔਰ ਕਈ ਇਹੋ ਜਿਹੀਆਂ ਗੱਲਾਂ ਵਾਪਰਦੀਆਂ ਨੇ ਉੱਥੇ, ਜਿਹੜਾ ਵਾਪਰਨ ਲੱਗ ਗਿਆ ਹੁਣ, ਜਿਹੜਾ ਸਾਡੇ ਇੰਡੀਆ ਸੀ ਨਾ ਹਿੰਦੂ ਮੁਸਲਮ, ਹਿੰਦੂ ਸਿੱਖ, ਉੱਥੇ ਜਦੋਂ ਸੱਦਾ ਦਿੰਦਾ ਇੱਕ ਆਦਮੀ, ਗੁਰਪਤਵੰਤ ਪੰਨੂ ਬੈਠ ਕੇ ਉਹਦਾ ਜਿਹੜਾ ਬਿਆਨ ਛਪ ਜਾਂਦਾ ਹੈ ਕਿ ਹਿੰਦੂਆਂ ਨੂੰ ਐ ਕਰਨਾ ਚਾਹੀਦਾ, ਛੱਡ ਜਾਣਾ ਚਾਹੀਦਾ ਕੈਨੇਡਾ, ਜੇ ਉਹ ਫਲਾਨਾ ਧਿਮਕਾ, ਉਹਦੇ ਰਿਐਕਸ਼ਨ ਚ ਦੂਜੇ ਪਾਸਿਓਂ ਕੁਝ ਚੀਜ਼ਾਂ ਆ ਜਾਂਦੀਆਂ ਨੇ। ਤਾਂ ਜਿਹੜਾ ਇਹ ਜ਼ਹਿਰੀਲਾ ਪ੍ਰਚਾਰ ਹੈ ਜਿਸ ਲੈਵਲ ਦਾ, ਇਹ ਹੋਰ ਵੀ ਲੋਕਾਂ ਦੇ ਦਿਲ ਧੜਕਾਉਂਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ। ਯਾਰ ਇਹ ਤਾਂ ਕੰਮ ਉਦੋਂ ਵੀ ਫਿਰ ਉੱਥੋਂ ਜਿਹੜਾ ਖਾਲਸ ਦੂਜਾ ਚੈਪਟਰ ਹੈ ਉਹ ਆਪਣੇ ਤਰੀਕੇ ਨਾਲ ਕਰੂਗਾ ਹਰੇਕ, ਉਹ ਅਮਰੀਕਾ ਬੈਠ ਕੇ ਕਰ ਰਿਹਾ। ਇਹਦਾ ਮਤਲਬ ਕੱਲਾ ਕੈਨੇਡਾ ਦਾ ਕੁਐਸਚਨ ਨਹੀਂ ਹੈ, ਅੱਗੇ ਤੋਂ ਅੱਗੇ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ ਉਸੇ ਲੈਵਲ। ਇਸੇ ਕਰਕੇ ਉੱਥੇ ਦਾ ਹਿੰਦੂ MP ਜਿਹੜਾ ਅਜੀਤ ਮਾਰੀਆ, ਉਹਨੇ ਉਸ ਬਿਆਨ ਦਾ ਨੋਟਿਸ ਲਿਆ, ਉਹ ਕਹਿੰਦਾ ਇਹਦਾ ਦੱਸੋ ਇਹ ਕੀ ਕਰਨਾ, ਅਸੀਂ ਇਸ ਲੈਵਲ ਤੇ ਗੱਲ ਕਰਾਂਗੇ, ਜੇ ਕਰਾਂਗੇ। ਕਿ ਉੱਥੇ ਵੀ ਇੱਕ ਖੜੀ ਹੋ ਜਾਊਗੀ ਵਿਵਾਦ ਆਪਸ ਦੇ ਵਿੱਚ ਹਿੰਦੂ ਸਿੱਖ ਉਸ ਪੱਧਰ ਦੇ। ਹਾਲਾਂਕਿ ਉਹ ਮਲਟੀ ਕਲਚਰਲ ਦੇਸ਼ ਮੰਨਿਆ ਜਾਂਦਾ, ਉੱਥੇ ਕੋਈ ਰਾਈਟਸ ਦੀ, ਉੱਥੇ ਕੋਈ ਬਾਕੀ ਦੀਆਂ ਚੀਜ਼ਾਂ, ਬੜੇ ਲੋਕ ਵੱਖ-ਵੱਖ ਧਰਮਾਂ ਦੇ ਬੋਲੀਆਂ ਦੇ ਜਾਂਦੇ ਨੇ, ਤੇ ਉੱਥੇ ਇਹੋ ਜਿਹਾ ਖਤਰਾ ਅਜੇ ਇਸ ਲੈਵਲ ਦੀ ਗੱਲ ਨਹੀਂ।
ਪਰ ਪੋਲਰਾਈਜੇਸ਼ਨ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਹੁੰਦਾ, ਇਹ ਤਾਂ ਇੱਕ ਹਜੂਮ ਦੀ ਮਾਨਸਿਕਤਾ ਹੁੰਦੀ ਹੈ, ਉਹ ਤਾਂ ਜਦ ਮਰਜੀ ਤੁਸੀਂ ਉੱਥੇ ਲੈ ਜਾਂਦੇ ਹੋ ਜਦੋਂ ਤੁਸੀਂ ਉਸ ਪਾਸੇ ਵੱਲ ਕਰੋਗੇ। ਇਸ ਕਰਕੇ ਚਿੰਤਾਵਾਂ ਜਿਹੜੀਆਂ ਨੇ ਉਹ ਇੱਕ ਹੱਦ ਤੱਕ ਜਿਹੜੀਆਂ ਵੱਧ ਰਹੀਆਂ ਨੇ। ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਅਸੀਂ ਉਹਨੂੰ ਟ੍ਰੀਟ ਕਿਵੇਂ ਕਰਦੇ ਆ, ਅਸੀਂ ਕਿਸ ਲੈਵਲ ਤੇ ਇਹਨੂੰ ਸੁਧਾਰਨ ਦੀ ਗੱਲ ਕਰਾਂਗੇ ਜਾਂ ਇਹਨੂੰ ਐਮੀਕੇਬਲੀ। ਬਹੁਤ ਸਾਰੇ ਵਿਦਵਾਨ ਇਹ ਕਹਿੰਦੇ ਨੇ ਜਿਹੜੇ ਫੋਰਨ ਅਫੇਅਰ ਦੇ ਨੇ ਵੀ ਇਹਦਾ ਰਿਪੇਅਰ ਕਰਨਾ ਵੀ ਨਾ, ਜਦੋਂ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਇਹਨੂੰ ਟਾਈਮ ਲੱਗਣਾ ਹੈ, ਇਹ ਤੁਰੰਤ ਦਾ ਗੱਲ ਨਹੀਂ ਹੈ। ਜਿੱਥੇ ਪਹੁੰਚ ਗਈ ਹੈ ਗੱਲ ਇਹ ਸਮਾਂ ਲਊਗੀ ਹਜੇ, ਪਰ ਸਵਾਲ ਕੇਵਲ ਇਹ ਹੈ ਵੀ ਸਮਾਂ ਚਾਹੇ ਲੈ ਲਵੇ, ਡਾਇਰੈਕਸ਼ਨ ਤਾਂ ਉਧਰ ਨੂੰ ਜਾਵੇ। ਹਜੇ ਤਾਂ ਡਾਇਰੈਕਸ਼ਨ ਵੀ ਉਧਰ ਨੂੰ ਨਹੀਂ ਜਾ ਰਹੀ ਕਿ ਉਸ ਪੱਧਰ ਦੇ ਉੱਤੇ ਹੈ। ਸਾਡੇ ਪਾਰਲੀਮੈਂਟ ਚੱਲਦੀ ਨੂੰ 4 ਦਿਨ ਹੋ ਗਏ ਨੇ ਲਗਾਤਾਰ ਚੱਲਦਾ ਇਹ ਮਾਮਲਾ ਵੀ ਚੱਲ ਰਿਹਾ। ਸਾਡੇ ਪੰਜਾਬ ਦੇ ਨਾਲ ਸੰਬੰਧਿਤ ਐਮਪੀ ਜਾਂ ਬਾਕੀ ਦੇ, ਇੱਕ ਰਵਨੀਤ ਬਿੱਟੂ ਕਹਿੰਦਾ PM ਦੇ ਨਾਲ ਮੈਂ ਗੱਲ ਕੀਤੀ ਹੈ ਸਟੂਡੈਂਟਾਂ ਦੇ ਬਾਰੇ, ਤੇ ਸਟੂਡੈਂਟ ਉਹਨਾਂ ਨੇ ਕਿਹਾ ਵੀ ਅਸੀਂ ਕੇਅਰ ਕਰਾਂਗੇ ਜੀ, ਕੋਈ ਗੱਲ ਨਹੀਂ ਇਹਨੂੰ ਦੇਖਾਂਗੇ। ਨਾਲ ਦੀ ਨਾਲ ਰਵਨੀਤ ਬਿੱਟੂ ਦੂਜੀ ਭਾਸ਼ਾ ਉੱਡੇ ਹੀ ਵਾਇਰਲ ਰੂਪ ਦੇ ਵਿੱਚ ਇਹ ਕਹਿ ਰਿਹਾ ਕਿ ਜਿਹੜਾ ਨਿੱਜਰ ਸੀ ਮੇਰੇ ਦਾਦੇ ਦੇ ਕਤਲ ਦੇ ਵਿੱਚ ਵੀ ਇਹਦਾ ਬਹੁਤ ਬੜਾ ਰੋਲ ਸੀ, ਐ ਸੀ ਨਾਲ ਸਹਾਇਕ ਸੀ ਫਲਾਣਾ। ਮਤਲਬ ਤੁਸੀਂ ਉਹਨੂੰ ਬਲੇਮ ਗੇਮ ਦੇ ਵਿੱਚ ਨਾਲ, ਉਹ ਇੱਕ ਅਲੱਗ ਗੱਲ ਹੈ। ਰੌਲਾ ਇਹ ਨਹੀਂ ਹੈ ਕਿ ਨਿੱਜਰ ਕੌਣ ਹੈ, ਉਹ ਖਾਲਿਸਤਾਨੀ ਹੈ ਜਾਂ ਨਹੀਂ। ਜੇ ਉਹਨੇ ਕ੍ਰਾਈਮ ਕੀਤਾ ਹੈ ਤਾਂ ਥਰੂ ਪ੍ਰੋਪਰ ਇੱਕ ਚੈਨਲ ਹੁੰਦਾ ਹੈ, ਇੱਕ ਜੁਡੀਸ਼ੀਅਲ ਕੋਰਸ ਹੁੰਦਾ ਹੈ, ਉਹਦੇ ਥਰੂ ਚ ਕਿਸੇ ਨੂੰ ਫਾਂਸੀ ਹੁੰਦੀ ਹੈ, ਕਿਸੇ ਨੂੰ ਜੇਲ੍ਹ ਹੁੰਦੀ ਹੈ, ਕਿਸੇ ਨੂੰ ਉਮਰ ਕੈਦ ਹੁੰਦੀ ਹੈ, ਉਹ ਇੱਕ ਅਲੱਗ ਵਰਤਾਰਾ ਹੈ। ਤੁਸੀਂ ਜਸਟੀਫਾਈ ਇਸ ਗੱਲ ਨੂੰ ਨਹੀਂ ਕਰ ਸਕਦੇ ਕਿਸੇ ਦੀ ਕਿਲਿੰਗ ਨੂੰ, ਐਕਸਟਰਾ ਜੁਡੀਸ਼ੀਅਲ ਕਿਲਿੰਗ ਨੂੰ ਜਾ ਕੇ ਆਪਣੇ ਆਪ ਕਿਤੇ ਵੀ ਕਰੋ, ਚਾਹੇ ਸਾਡੇ ਦੇਸ਼ ਚ ਹੋਵੇ, ਚਾਹੇ ਵਿਦੇਸ਼ ਚ ਹੋਵੇ, ਚਾਹੇ ਕਿਤੇ ਵੀ ਹੋਵੇ। ਪਰ ਸਵਾਲ ਸਾਡੇ ਬਾਕੀ ਦੇ ਐਮਪੀ ਵੀ ਨਾਲ ਜਾ ਕੇ ਜੇ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਸ਼ਾਇਦ ਠੀਕ ਤਰੀਕੇ ਦੇ ਨਾਲ ਵੀ ਆਹ ਗੱਲ ਹੈ। ਸਾਡੀ ਚਿੰਤਾ ਤਾਂ ਕੇਵਲ ਇੰਨੀ ਹੈ ਕਿਉਂਕਿ ਪੰਜਾਬੀ ਬੱਚੇ ਬਹੁਤ ਨੇ, ਪੰਜਾਬੀ ਲੋਕ ਬਹੁਤ ਨੇ, ਆਹ ਚੀਜ਼ਾਂ ਕਿਵੇਂ ਟੈਕਲ ਕਰਨੀਆਂ ਨੇ, ਕਿਵੇਂ ਡਿਪਲੋਮੈਟਿਕ ਰਿਲੇਸ਼ਨ ਸੁਧਾਰਨੇ ਨੇ, ਅਸੀਂ ਉੱਥੇ ਬਣੀ ਆ। ਜੇ ਜਿੰਨਾ ਕੁ ਸੁਖਬੀਰ ਸਿੰਘ ਬਾਦਲ ਨੇ ਕਿਹਾ, ਵਿਕਰਮ ਮਜੀਠੀਆ ਨੇ ਕਿਹਾ, ਜਿੰਨਾ ਕੁ ਗਰੇਵਾਲ ਨੇ ਮਤਲਬ SGPC ਵੱਲੋਂ ਇੱਕ ਵਾਰ ਹਾਜ਼ਰੀ ਲਵਾਤੀ, ਇੰਨਾ ਕੁ ਗੱਲ ਕਰਕੇ ਵੀ ਚਲੋ ਆਪਾਂ ਵੀ ਗੱਲ ਕਹੀ ਹੈ। ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ, ਜਿਵੇਂ ਕਿਹਾ ਜਾਂਦਾ ਨਾ ਕਿ ਪੰਜਾਬੀਆਂ ਲਈ ਪੇਕਾ ਘਰ ਪੰਜਾਬ ਹੈ, ਤੇ ਪੇਕੇ ਘਰ ਦਾ ਜਿਹੜਾ ਮੁਖੀ ਹੁੰਦਾ ਹੈ ਉਹ ਮੂੰਹ ਨੂੰ ਮਿੱਟੀ ਮਲ ਕੇ ਬਹਿ ਜੇ ਤੇ ਕੋਈ ਜ਼ੁਬਾਨ ਹੀ ਨਾ ਖੁੱਲੇ ਐਡੇ ਵੱਡੇ ਇਸ਼ੂ ਦੇ ਉੱਤੇ, ਕੁਝ ਵੀ ਕਹੋ, ਕੋਈ ਚਿੰਤਾ ਹੀ ਪ੍ਰਗਟ ਕਰ ਲਓ। ਜੇ ਕੁਝ ਹੋਰ ਸਟੈਂਡ ਨਹੀਂ ਲੈਣਾ, ਕੋਈ ਪੋਲੀਟੀਕਲ ਸਟੈਂਡ ਨਹੀਂ ਹੈ, ਬੰਦਾ ਇਹ ਤਾਂ ਕਰ ਹੀ ਦਿੰਦਾ ਕਿ ਇੱਕ ਚਿੰਤਾ ਪ੍ਰਗਟ ਹੈ। ਹੁਣ ਤੱਕ ਤਾਂ ਚੀਫ ਮਿਨਿਸਟਰ ਨੂੰ ਸਾਰੇ ਕੰਮ ਛੱਡ ਕੇ ਉਹਦੇ ਕੋਲ ਮੈਂਬਰ ਮਤਲਬ MP ਦੇ ਵਿੱਚ ਲੈਕਚਰ ਕਰਨ ਦੇ ਲਈ ਪਾਰਟੀ ਲਈ ਟਾਈਮ ਹੈ, ਛੱਤੀਸਗੜ੍ਹ ਦੇ ਵਿੱਚ ਟਾਈਮ ਹੈ, ਚੌਪਰ ਚੱਕ ਕੇ 2 ਚੀਫ ਮਿਨਿਸਟਰ ਹੋ ਤੁਸੀਂ, ਕੇਜਰੀਵਾਲ ਨੂੰ ਵੀ ਨਾਲ ਲਿਜਾ ਕੇ ਦੋਨੋਂ ਇਕੱਠੇ ਮਿਲਦੇ, ਆਪਦੇ 10 MP ਲਿਜਾਂਦੇ, ਸਾਰੇ ਪੰਜਾਬ ਦੇ ਐਮਪੀਆਂ ਨੂੰ ਕਹਿੰਦੇ ਚਲੋ ਆਪਾਂ ਇਕੱਠੇ ਹੋ ਕੇ ਚੱਲਦੇ ਆ ਤੇ ਜਾ ਕੇ ਗੱਲ ਕਰਦੇ ਪ੍ਰਾਈਮ ਮਿਨਿਸਟਰ ਨਾਲ ਵੀ ਅਸੀਂ ਜਾਣਨਾ ਚਾਹੁੰਦੇ ਹਾਂ ਹਾਲਾਤ ਕੀ ਨੇ, ਸਾਡੀ ਚਿੰਤਾ ਹੈ। ਇਹ ਤੋਂ ਅਗਲੀ ਗੱਲ ਜਿਹੜਾ ਖਾਲਿਸਤਾਨ ਦਾ ਮੁੱਦਾ ਵੀ ਹੈ, ਮੇਰਾ ਨਹੀਂ ਖਿਆਲ ਕਿ ਸਾਡੇ ਮੋਰਚਾ ਤਾਂ ਲੱਗਿਆ ਵੱਧ ਅਧਿਕਾਰਾਂ ਤੇ। ਫੈਡਰਲਿਜ਼ਮ ਦਾ ਕੁਐਸਚਨ ਹੈ ਬੇਸਿਕਲ ਕੰਟਰੀ ਚ 47 ਤੋਂ ਲੈ ਕੇ ਅੱਜ ਤੱਕ ਚੱਲ ਰਿਹਾ ਉਹ ਕੁਐਸਚਨ, ਉਹਨੂੰ ਧੱਕਿਆ ਗਿਆ ਉਸ ਪਾਸੇ ਤਾਂ ਜਿਹੜਾ ਉਹ ਨੈਰੇਟਿਵ ਸਿਰਜਿਆ ਜਾਏ ਉਸ ਸਮੇਂ ਤੱਕ। ਮੋਰਚਾ ਜਿਹੜਾ ਲੱਗਿਆ ਇਹ ਤੇ ਵੀ ਸਾਡੇ ਡਿਬੇਟ ਹੈ ਇਸ ਲੈਵਲ ਦੀ ਕਿ ਜੀ ਜਿਹੜੇ ਧਿਰ ਕਹਿੰਦੀ ਆ ਖਾਲਿਸਤਾਨ ਅਸੀਂ ਤਾਂ ਕਹਿੰਦੇ ਆ ਕਿਉਂਕਿ ਸੰਤ ਭਿੰਡਰਾਂ ਵਾਲੇ ਨੇ ਕਹਿਤਾ ਸੀ ਉਦੋਂ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ। ਲੋਕ ਇਹਨੂੰ ਵੀ ਰੱਦ ਕਰਦੇ ਨੇ, ਅੱਧੇ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ, ਨਾ ਕੋਈ ਬਾਤ ਹੈ ਉਸ ਪੱਧਰ ਦੇ ਉੱਤੇ। ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੈਕਗਰਾਉਂਡ ਦੇ ਵਿੱਚ ਜਿਹੜੀਆਂ ਕਲੈਰੀਫਿਕੇਸ਼ਨ ਨੇ, ਜਿਹੜਾ ਆਪਾਂ ਬਾਰ-ਬਾਰ ਪਹਿਲਾਂ ਵੀ ਗੱਲ ਕੀਤੀ, ਸਾਡੀ ਸਟੇਟ ਜਿਹੜੀ ਹੈ ਪੰਜਾਬ ਤੇ ਇੰਡੀਅਨ ਸਟੇਟ ਜਿਹੜੀ ਨੇ ਪੰਜਾਬ ਦੇ ਵਿੱਚ ਚੱਲਿਆ ਉਹ ਮਾਹੌਲ ਤੇ ਪਰਦਾ ਪਾ ਕੇ ਅੱਗੇ ਚੱਲਣ ਦੀ ਥਿਉਰੀ ਜਿਹੜੀ ਲਈ ਨਾ, ਜੇ ਉਹਦੇ ਤੇ ਇੱਕ ਚੰਗੇ ਟਾਈਪ ਦਾ ਕਮਿਸ਼ਨ ਬਣਾ ਕੇ ਇੱਕ ਚੰਗੇ ਟਾਈਪ ਦੀ ਸਾਰੇ ਤੱਥ ਸਾਹਮਣੇ ਆ ਜਾਂਦੇ, ਲੋਕਾਂ ਦੇ ਸਾਹਮਣੇ ਇੱਕ ਜਸਟਿਸ ਹੁੰਦਾ, ਨਿਆਂ ਹੁੰਦਾ, ਨਿਆਂ ਦੇ ਨਾਲ ਇੱਕ ਦਾ ਕਲੋਜ਼ਰ ਹੋ ਜਾਂਦਾ, ਤਾਂ ਬਾਰ-ਬਾਰ ਇਹ ਮੁੱਦੇ ਨਾ ਉੱਠਦੇ, ਬਾਰ-ਬਾਰ ਡਰ ਤੇ ਸਹਿਮ ਦਾ ਮਾਹੌਲ ਪੈਦਾ ਨਾ ਹੁੰਦਾ। ਤੇ ਜਿਹੜੀਆਂ ਇਹ ਚੀਜ਼ਾਂ ਚੱਲੀਆਂ ਨੇ ਔਰ ਇਤਿਹਾਸ ਤਾਂ ਬਾਰ-ਬਾਰ ਉੱਠਦਾ, ਪਰਦਾ ਬਾਰ-ਬਾਰ ਉੱਠਦਾ, ਤੁਸੀਂ ਇੱਕ ਵਾਰ ਉਹਨੂੰ ਇਸ ਲਈ ਨਹੀਂ ਕਰ ਸਕਦੇ, ਬੰਦ ਨਹੀਂ ਕਰ ਸਕਦੇ ਕਿਸੇ ਚੀਜ਼ ਨੂੰ। ਇਹਨਾਂ ਗੱਲਾਂ ਤੋਂ ਧਿਆਨ ਮੇਰਾ ਖਿਆਲ ਹੈ ਬਹੁਤ ਸੀਰੀਅਸਲੀ ਦੇਣ ਦਾ ਸਵਾਲ ਹੈ ਸਾਨੂੰ ਆਪਣੇ ਫੇਰ ਦੁਬਾਰਾ। ਔਰ ਇਹ ਲੋਕ ਪੰਜਾਬ ਦੇ ਲੋਕਾਂ ਦੀ ਭਗਵੰਤ ਮਾਨ ਦੀ ਸਰਕਾਰ ਤੋਂ ਖਾਸ ਤੌਰ ਤੇ ਉਮੀਦ ਇਹ ਕੀਤੀ ਜਾਂਦੀ ਸੀ ਕਿ ਉਹ ਆਲ ਪਾਰਟੀ ਮੀਟਿੰਗ ਸੱਦਦੇ। ਪਹਿਲੀ ਗੱਲ ਤਾਂ ਇੱਥੇ ਪੰਜਾਬੀਆਂ ਦਾ ਟੋਟਲ ਦਾ ਸਵਾਲ ਹੈ, ਕੱਲੀ ਸਰਕਾਰ ਦਾ ਸਵਾਲ ਨਹੀਂ, ਸਾਰੇ ਇਕੱਠੇ ਮੀਟਿੰਗ ਸੱਦਦੇ, ਇੱਕ ਰਾਏ ਬਣਾਉਂਦੇ। ਨਾ ਸੁਖਬੀਰ ਸਿੰਘ ਬਾਦਲ ਡਿਮਾਂਡ ਕਰ ਰਹੇ ਨੇ ਇੱਕ ਰਾਏ ਬਣਾ ਲਈਏ, ਨਾ ਭਗਵੰਤ ਮਾਨ ਕੋਈ ਮੀਟਿੰਗ ਸੱਦ ਰਹੇ ਨੇ ਕਿ ਕੀ ਕਰ ਲਈਏ। ਕਾਂਗਰਸੀ ਤਾਂ ਖੈਰ ਬੋਲਣਾ ਹੀ ਕੀ ਹੈ, ਸਟੇਟ ਲੈਵਲ ਦੇ ਨੇ, ਤੇ ਉਹ ਤਾਂ ਹਾਈ ਕਮਾਂਡ ਕਲਚਰ ਹੈ। BJP ਦਾ ਆਪਣਾ ਇੱਕ ਸੈਟਅਪ ਹੈ, ਉਹਨਾਂ ਨੇ ਵੀ ਉਹੀ ਚੀਜ਼ ਉਸ ਲੈਵਲ ਤੇ ਬੋਲਣੀ ਹੈ। ਤਾਂ ਪੰਜਾਬੀਆਂ ਦਾ ਖਾਸ ਤੌਰ ਤੇ ਡਾਇਸਪੋਰਾ ਜਿਹੜਾ ਉਮੀਦ ਕਰਦਾ ਕਿ ਅਸੀਂ ਇਹਦੇ ਨਾਲ ਇਮੋਸ਼ਨਲੀ ਜੁੜੇ ਹਾਂ, ਸਾਡੀ ਬੈਕਗਰਾਉਂਡ ਹੈ, ਉਹਦਾ ਬਾਲੀ ਵਾਰਸ ਕੌਣ ਹੈ ਤੇ ਕੌਣ ਸੁਣੇਗਾ, ਕੌਣ ਆਵਾਜ਼ ਉਠਾਏਗਾ, ਜਿਹੜੀ ਬੈਲੈਂਸਡ ਆਵਾਜ਼ ਵੀ ਹੋਵੇ, ਜਿਹੜੀ ਜਾ ਕੇ ਗੱਲ ਵੀ ਕਰ ਸਕੇ ਕਿਸੇ ਨਾ ਕਿਸੇ ਪੱਧਰ ਦੇ ਉੱਤੇ। ਤਾਂ ਉਮੀਦ ਕਿਤੋਂ ਕੀਤੀ ਜਾਵੇ।
ਇਸ ਲਈ ਇਹ ਖਾਮੋਸ਼ੀ ਦਿੱਲੀ ਵਾਂਗ ਨਹੀਂ ਚੱਲਣੀ ਕਿ ਸ਼ਹੀਨ ਬਾਗ ਦਾ ਮੋਰਚਾ ਹੈ, ਜੋ ਵੀ ਹੋ ਰਿਹਾ ਇਹ ਪੰਜਾਬ ਹੈ। ਭਗਵੰਤ ਮਾਨ ਨੂੰ ਬਾਰ-ਬਾਰ ਇਹ ਸੋਚਣਾ ਚਾਹੀਦਾ ਦਿੱਲੀ ਨਹੀਂ ਹੈ ਰੂਲ ਕਰਨ ਦੇ ਮਾਮਲੇ ਦੇ ਵਿੱਚ ਵੀ ਤੇ ਬਾਕੀ ਮਾਮਲਿਆਂ ਦੇ ਵਿੱਚ ਇੱਥੇ ਐਸਕੇਪਿਸਟ ਰੂਟ ਨਹੀਂ ਲਿਆ ਜਾਂਦਾ ਹੁੰਦਾ, ਖੜ ਕੇ ਆਪਣੀ ਗੱਲ ਕਰਨੀ ਪੈਂਦੀ ਹੈ। ਚਾਹੇ ਤੁਸੀਂ ਜਿਹੜਾ ਮਰਜ਼ੀ ਪਾਸਾ ਲਓ ਪਰ ਆਪਣੀ ਗੱਲ ਕਹੋ ਤੇ ਇਸ ਮੁੱਦੇ ਨੂੰ ਸ਼ੇਅਰ ਕਰੋ ਪ੍ਰਾਈਮ ਮਿਨਿਸਟਰ ਤੱਕ ਤੇ ਬਾਕੀ ਸਾਰੇ ਗੱਲਾਂ ਤੱਕ, ਤਾਂ ਕਿ ਲੋਕ ਦੇਖਣ ਤੁਹਾਡਾ ਚੀਫ ਮਿਨਿਸਟਰ ਕੋਈ ਜ਼ਿੰਮੇਵਾਰੀ ਲੈਣ ਦੇ ਕਾਬਿਲ ਹੈ। ਸਰਦਾਰ ਜਗਤਾਰ ਸਿੰਘ ਜੀ, ਵਾਕਈ ਜਵਾਬਦੇਹੀ ਤਾਂ ਹੋਣੀ ਚਾਹੀਦੀ ਸੀ, ਜ਼ਿੰਮੇਵਾਰੀ ਤਾਂ ਫਿਕਸ ਹੋਣੀ ਚਾਹੀਦੀ ਸੀਗੀ। ਜੇ ਕੋਈ ਕਮਿਸ਼ਨ ਬਣ ਜਾਂਦਾ, ਜਿਵੇਂ ਬਾਦਲ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਟਰੁੱਥ ਕਮਿਸ਼ਨ ਸੰਬੰਧੀ, ਜਾਂ ਕੋਈ ਵੀ ਐਸੀ ਕਿਤੇ ਜ਼ਿੰਮੇਵਾਰੀਆਂ ਫਿਕਸ ਹੁੰਦੀਆਂ ਜਾ ਕੇ ਕਿ ਇਸ ਸਾਰੇ ਮਾਮਲੇ ਦੇ ਵਿੱਚ ਦੋਸ਼ੀ ਕੌਣ ਨੇ, ਜੇ ਕੋਈ ਆਪਣੇ ਹੁੰਦੇ ਬਗਾਨੇ ਹੁੰਦੇ ਜਿਨ੍ਹਾਂ ਕਾਰਨ ਵੀ ਸੰਤਾਪ ਭੋਗਣਾ ਪਿਆ, ਇੰਨੇ ਘਰਾਂ ਨੂੰ ਜੰਦਰੇ ਵੱਜ ਗਏ, ਉਹਦੇ ਉੱਤੇ ਜੇ ਹੁੰਦਾ ਤਾਂ ਕਲੋਜ਼ਰ ਹੋ ਜਾਂਦਾ। ਇੱਕ ਤਾਂ ਇਹ ਗੱਲ ਆ, ਪਰ ਮੈਂ ਇਸ ਤੋਂ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ। ਸਰਦਾਰ ਹਰਮੀਤ ਸਿੰਘ ਜੀ ਨੇ ਗੱਲ ਵਧੀਆ ਕੀਤੀ ਹੈ ਕਿ ਸਰਕਾਰ ਜਦੋਂ ਚੁੱਪ ਕਰਦੀ ਹੈ ਨਾ, ਉਹਦੀ ਚੁੱਪ ਵੀ ਬੜਾ ਸ਼ੋਰ ਪਾਉਂਦੀ ਹੈ। ਮੈਂ ਕੱਲ ਕਿਸੇ ਸਹਾਫੀ ਦੋਸਤ ਦੀ ਕਹੀ ਹੋਈ ਗੱਲ ਤੇ ਖੜਾ ਸੀਗਾ, ਕਿਸੇ ਨੇ ਇਸ ਸਰਕਾਰ ਦੇ ਇੱਕ ਮੰਤਰੀ ਤੋਂ ਬਾਈਟ ਲੈ ਲਈ ਕਿ ਤੁਸੀਂ ਇਸ ਮਾਮਲੇ ਤੇ ਕੀ ਕਹਿਣਾ। ਸੋ ਉਹਨਾਂ ਨੇ ਕੈਨੇਡਾ ਵਾਲੇ ਇਸ਼ੂ ਦੇ ਉੱਤੇ, ਭਾਰਤ ਕੈਨੇਡਾ ਰਿਸ਼ਤਿਆਂ ਦੇ ਉੱਤੇ ਆਪਣਾ ਪੱਖ ਰੱਖਤਾ। ਉਸ ਤੋਂ ਬਾਅਦ ਉਸ ਮੰਤਰੀ ਨੂੰ ਕਾਫੀ ਸੁਣਨੀਆਂ ਪਈਆਂ। ਉਸ ਪੱਤਰਕਾਰ ਨੇ ਮੇਰੇ ਨਾਲ ਇਹ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਕਾਫੀ ਉਹ ਸਾਡੇ ਨਾਲ ਕਹਿੰਦੇ ਸਾਂਝੀ ਤਾਂ ਗੱਲ ਕਰ ਗਏ, ਪਰ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸੇ ਪਾਰਟੀ ਵੱਲੋਂ ਜਿਹੜੀ ਸੱਤਾ 'ਚ ਹੋਵੇ ਔਰ ਲੋਕਾਂ ਦੀ ਨੁਮਾਇੰਦਾ ਪਾਰਟੀ ਹੋਵੇ, ਇਸ ਤਰ੍ਹਾਂ ਦਾ ਸਟੈਂਡ ਲੈ ਲਿਆ ਜਾਵੇ ਕਿ ਅਸੀਂ ਇਹਦੇ ਤੇ ਕੁਝ ਨਹੀਂ ਕਹਿਣਾ, ਇਹਦੇ ਤੇ ਚੁੱਪ ਰਹਿਣਾ। ਫਿਰ ਉਹਨੂੰ ਤੁਸੀਂ ਲੋਕਾਂ ਦੀ ਤਰਜਮਾਨ ਕਿਵੇਂ ਕਹੋਗੇ? ਇਹ ਅਸੀਂ ਫੈਡਰਲ ਸਟਰਕਚਰ ਦੇ ਵਿੱਚ ਸਟੇਟ ਇੱਕ ਵੱਡੀ ਜ਼ਿੰਮੇਵਾਰੀ ਆ, ਸਟੇਟ ਕੋਲ ਖੁਦ ਮੁਖਤਾਰੀ ਆ ਕਾਫੀ ਹੱਦ ਤੱਕ। ਭਾਵੇਂ ਚਲੋ ਬਹੁਤ ਕੁਝ ਇਹਨਾਂ ਦੇ ਖੰਭ ਕੱਟੇ ਗਏ ਆ, ਮੰਨਿਆ ਜਾਂਦਾ ਹੈ ਕਿ ਸਟੇਟਾਂ ਦੇ ਪੱਲੇ ਕੁਝ ਨਹੀਂ ਰਿਹਾ, ਪਰ ਸਟੇਟ ਵੀਟੋ ਕਰਨ ਦੀ ਤਾਕਤ ਰੱਖਦੀ ਆ। ਅਸੈਂਬਲੀਆਂ ਦੇ ਵਿੱਚ ਚੀਜ਼ਾਂ ਆ ਜਾਂਦੀਆਂ, ਅਦਰਵਾਈਜ਼ ਵੀ ਉਹ ਆਪਣੇ ਦੇਸ਼ ਦੇ ਹਾਕਮਾਂ ਨਾਲ ਗੱਲਬਾਤ ਕਰ ਸਕਦੀ ਹੁੰਦੀ ਹੈ। ਕੈਬਨਿਟ ਜਾਂ ਮੁੱਖ ਮੰਤਰੀ ਆਮ ਤੌਰ ਤੇ ਪ੍ਰਧਾਨ ਮੰਤਰੀਆਂ ਨਾਲ ਸੰਪਰਕ 'ਚ ਰਹਿੰਦੇ ਰਿਹਾ। ਕੈਪਟਨ ਅਮਰਿੰਦਰ ਸਿੰਘ ਦਾ ਰਾਬਤਾ ਪ੍ਰਧਾਨ ਮੰਤਰੀ ਨਾਲ, ਗ੍ਰਹਿ ਮੰਤਰੀ ਨਾਲ ਕਿਸਾਨੀ ਮੋਰਚੇ ਦੌਰਾਨ ਵੀ ਰਿਹਾ ਸੀ, ਮੈਨੂੰ ਯਾਦ ਹੈ। ਔਰ ਇਸ ਗਵਰਨਮੈਂਟ ਦਾ ਕਾਫੀ ਰੋਲ ਉਹਨਾਂ ਦਿਨਾਂ ਦੇ ਵਿੱਚ ਰਿਹਾ ਸੀਗਾ। ਸੋ ਜਿਹੜੀ ਇਹ ਖਾਮੋਸ਼ੀ ਆ, ਇਹ ਲਗਭਗ ਹੁਣ ਖਲਣ ਲੱਗ ਗਈ ਆ। ਜਿਨ੍ਹਾਂ ਨੂੰ ਸਭ ਤੋਂ ਵੱਧ ਲੋਕਾਂ ਬਹੁਮਤ ਦਿੱਤਾ, ਸਭ ਤੋਂ ਵੱਧ ਸਮਰਥਨ ਦਿੱਤਾ, ਮਤਲਬ ਬੇਸ਼ੁਮਾਰ ਤੇ ਆਪ ਮੁਹਾਰਾ ਸਮਰਥਨ ਦਿੱਤਾ। ਮੈਂ ਕਿਸੇ ਤੋਂ ਗੱਲ ਸੁਣ ਰਿਹਾ ਸੀ, ਕੁਝ ਮੁਲਾਜ਼ਮ ਬੈਠੇ ਸੀ ਇਕੱਠੇ, ਉਹ ਕਹਿੰਦੇ ਜੀ ਸਭ ਤੋਂ ਵੱਧ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਮਹਿਫਲਾਂ ਬਣਾ ਕੇ ਪ੍ਰਚਾਰ ਕੀਤਾ, ਸਾਰੇ ਪਰਿਵਾਰਾਂ ਦੀ ਜ਼ਿੰਮੇਵਾਰੀ ਲਾ ਕੇ ਵੀ ਇਸ ਵਾਰੀ ਸਿਰਫ ਤੇ ਸਿਰਫ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਣੀ ਆ, ਤੇ ਹੁਣ ਉਹ ਵੀ ਆਵਾਜ਼ਾਰ ਫਿਰਦੇ ਆ। ਸੋ ਭਗਵੰਤ ਮਾਨ ਇਸ ਵੇਲੇ ਜਦੋਂ ਚੁੱਪ ਨੇ, ਇਸ ਮਾਮਲੇ ਨੂੰ ਦੇਸ਼ ਪੱਧਰ ਤੇ ਟੇਕਅਪ ਨਹੀਂ ਕਰ ਰਹੇ ਪ੍ਰਧਾਨ ਮੰਤਰੀ ਨਾਲ, ਕਿਉਂਕਿ ਸਭ ਤੋਂ ਵੱਧ ਪੰਜਾਬੀ ਸਫਰ ਕਰਨਗੇ ਜੇ ਵੀਜ਼ੇ ਨਹੀਂ ਮਿਲਦੇ ਇਹ ਮਾਮਲੇ ਨੂੰ ਨਜਿੱਠਣ ਲਈ। ਸੋ ਤੁਹਾਨੂੰ ਲੱਗਦਾ ਇਹ ਚੁੱਪ ਜਿਹੜੀ ਆ ਇਹ ਖਲਣ ਲੱਗ ਪਈ? ਹੁਣ ਸਰਕਾਰ ਬਣਾਉਣਾ ਅਲੱਗ ਹੁੰਦੀ ਹੈ ਗੱਲ, ਠੀਕ ਹੈ। 92 ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ ਭਗਵੰਤ ਮਾਨ ਮੁੱਖ ਮੰਤਰੀ ਬਣ ਗਏ। ਮੁੱਖ ਮੰਤਰੀ ਜ਼ਰੂਰ ਬਣ ਗਏ, ਲੇਕਿਨ ਪੰਜਾਬ ਦੇ ਲੋਕਾਂ ਦੇ ਲੀਡਰ ਨਹੀਂ ਬਣੇ। ਪੰਜਾਬ ਦਾ ਦੁਖਾਂਤ ਇਸ ਵੇਲੇ ਇਹੀ ਹੈ ਕਿ ਪੰਜਾਬ ਕੋਲ ਕੋਈ ਉੱਚੇ ਕੱਦ ਦਾ, ਜਿਹਨੂੰ ਲੀਡਰ ਕਹਿੰਦੇ ਨਾ ਅਸਲੀ ਲੋਕਾਂ ਦਾ, ਜਿਹੜਾ ਲੋਕਾਂ ਦੇ ਵਿੱਚ ਰੂਟਡ ਹੈ, ਉਹ ਨਹੀਂ ਹੈ। ਇਹ ਜਿਹੜਾ ਗੈਪ ਹੈ, ਇਹ ਜਿਹੜੀ ਕਮੀ ਹੈ, ਇਹ ਬੜੇ ਸਾਲਾਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਕਰਕੇ ਕੱਲ ਤੋਂ ਲੈ ਕੇ ਅੱਜ ਤੱਕ ਸਾਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਕੰਮ ਦੀ ਸਟੇਟਮੈਂਟ ਨਹੀਂ ਮਿਲੀ। ਜਿਹੜੀ ਤੁਸੀਂ ਗੱਲ ਕੀਤੀ ਹੈ ਮੰਤਰੀ ਦੀ, ਮੰਤਰੀ ਦੇ ਕੋਲੇ ਇੰਨੀ ਖੁਦ ਮੁਖਤਾਰੀ ਹੋਣੀ ਚਾਹੀਦੀ ਹੈ ਕਿ ਇਹੋ ਜਿਹੀ ਗੱਲ ਦੇ ਆ ਕੇ ਬਿਨਾਂ ਪੁੱਛੇ ਸੀਐਮ ਨੂੰ ਰਿਐਕਟ ਕਰ ਸਕੇ। ਉਹਦਾ ਇੱਕ ਫਰੇਮਵਰਕ ਹੁੰਦਾ, ਉਹਨੇ ਕਿਹੜਾ ਕੋਈ ਅਲਟੀਨੈਸ਼ਨਲ ਗੱਲ ਕਰਨੀ ਹੈ। ਜੇ ਇਸ ਸਰਕਾਰ ਦੇ ਵਿੱਚ ਇੱਕ ਮੰਤਰੀ ਨੂੰ ਇੰਨੀ ਵੀ ਗੱਲ ਕਹਿਣ ਦੀ ਖੁੱਲ੍ਹ ਨਹੀਂ ਹੈ, ਤੇ ਮੇਰੇ ਖਿਆਲ ਦੇ ਵਿੱਚ ਉਸ ਮੰਤਰੀ ਨੂੰ ਸਟੈਂਡ ਲੈ ਕੇ ਇਸ ਮਾਮਲੇ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ। ਮੋਰਲ ਜਿਹੜਾ ਐਸਪੈਕਟ ਹੈ ਇਸ ਗੱਲ ਦਾ ਬਹੁਤ ਵੱਡਾ ਹੈ। ਜੇ ਇੰਨਾ ਕੁ ਵੀ ਮੂੰਹ ਖੋਲਣ ਦੀ ਇਜਾਜ਼ਤ ਨਹੀਂ, ਫਿਰ ਵਜ਼ਾਰਤ ਵਿੱਚ ਰਹਿ ਕੇ ਕੀ ਲੈਣਾ? ਵੈਸੇ ਮੈਂ ਇਹ ਮੰਨ ਕੇ ਤੁਰਦਾ ਹੁੰਦਾ ਕਿ ਜਿਹੜੀ ਸਿਆਸੀ ਜਮਾਤ ਹੈ, ਇਹਦੀ ਨਾਲ ਇਹਦਾ ਜ਼ਮੀਰ ਨਾਲ ਕੋਈ ਬਹੁਤਾ ਵਾਸਤਾ ਨਹੀਂ ਹੁੰਦਾ। ਇਹਨਾਂ ਦੇ ਬੜੇ ਪਰਸਨਲ ਨਿੱਜੀ ਇੰਟਰਸਟ ਹੁੰਦੇ ਆ। ਜ਼ਮੀਰ ਦੀ ਗੱਲ ਤਾਂ ਅਸੀਂ ਇਹਨਾਂ ਦੇ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ, ਲੇਕਿਨ ਜ਼ਮੀਰ ਨਹੀਂ ਜਾਗਦੀ ਹੁੰਦੀ ਐਡੀ ਛੇਤੀ ਕੀਤਿਆਂ।
ਪੰਜਾਬ ਦੇ ਵਿੱਚ ਲੋਕਾਂ ਦੀ ਜ਼ਮੀਰ ਜਾਗੇ ਵੀ ਇੱਕ ਸਟੇਜ ਤੇ, ਉਹ ਫਿਰ ਬਿਲਕੁਲ ਐਕਸਟ੍ਰੀਮ ਤੇ ਜਾ ਕੇ ਜਾਗ ਪਈ। ਉਹ ਜਿਹੜੀ ਉਹ ਜ਼ਮੀਰ ਜਾਗੇ ਸੀ ਨਾ, ਉਹ ਇਸ ਵੇਲੇ ਵਰਤਾਰਾ ਸਾਹਮਣੇ ਦੁਬਾਰਾ ਆ ਰਿਹਾ ਸਾਰੀ ਗੱਲ ਤੇ ਆ ਕੇ। ਚਲੋ ਉਹ ਗੱਲ ਵੱਖਰੀ ਹੈਗੀ, ਲੇਕਿਨ ਜੇ ਜਾਗਦੀ ਜ਼ਮੀਰ ਵਾਲਾ ਮੰਤਰੀ ਹੋਵੇ ਤੇ ਮੈਂ ਜ਼ਰੂਰ ਰਿਪੀਟ ਕਰੂੰਗਾ ਕਿ ਉਹ ਬੰਦਾ ਰਿਜ਼ਾਈਨ ਕਰ ਦੇਵੇ ਜੀ। ਤੇ ਭਗਵੰਤ ਮਾਨ ਨੂੰ ਵੀ ਚਾਹੀਦਾ ਹੈ ਕਿ ਜਿਵੇਂ ਹਮੀਰ ਹੋਰਾਂ ਨੇ ਗੱਲ ਕੀਤੀ ਹੈ, ਇਹ ਤੇ ਪ੍ਰੋਪਰ ਇੱਕ ਆਰਟੀਕੂਲੇਟ ਸਟੇਟਮੈਂਟ ਇਸ਼ੂ ਕਰਨ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਪੈਨਿਕ ਹੈ। ਕੋਈ ਹੋਰ ਲੀਡਰ ਗੱਲ ਕਰੇ ਪੰਜਾਬ ਦੇ ਬਾਰੇ, ਉਹਦੇ ਨਾਲ ਉਹ ਪੈਨਿਕ ਘੱਟ ਨਹੀਂ ਹੁੰਦੀ। ਉਹ ਪੈਨਿਕ ਤਾਂ ਘਟ ਸਕਦੀ ਹੈ ਉਧਰਲੇ ਪੰਜਾਬੀਆਂ ਦੇ ਵਿੱਚ ਵੀ ਤੇ ਇੱਥੋਂ ਦੇ ਪੰਜਾਬੀਆਂ ਵਿੱਚ ਵੀ, ਜੇ ਭਗਵੰਤ ਮਾਨ ਇੱਕ ਟਿਕਾਵੀਂ ਸਟੇਟਮੈਂਟ ਦੇਣ ਤੇ PM ਦੇ ਨਾਲ ਇਹ ਇਸ਼ੂ ਟੇਕ ਅਪ ਕਰਨ। ਇਹ ਸੰਕਟ ਅਦਰਵਾਈਜ਼ ਪੰਜਾਬੀਆਂ ਵਾਸਤੇ ਬਹੁਤ ਸੀਰੀਅਸ ਹੈ। ਮੈਂ ਇਹਦੇ ਮੁਲਕ ਦੀ ਗੱਲ ਨਹੀਂ ਕਰਦਾ, ਪੰਜਾਬ ਸਿੱਧਾ ਹੀ ਅਫੈਕਟਡ ਹੈ ਜੀ। ਵੱਡਾ ਮਾਮਲਾ ਤਾਂ ਇਹ ਵੀ ਹੈ ਕਿ ਕੌਣ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕਿਸੇ ਧਿਰ ਦਾ ਪੱਖ ਪੂਰੋ? ਕੋਈ ਨਹੀਂ ਕਹਿ ਰਿਹਾ। ਤੁਸੀਂ ਤਾਂ ਆਪਣੇ ਲੋਕਾਂ ਦੇ ਸਰੋਕਾਰਾਂ ਨਾਲ ਵਾਬਸਤਾ ਹੋ ਕੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਹ ਪੱਖ ਰੱਖਣਾ। ਦੂਜੀ ਗੱਲ ਇਹ ਵੀ ਹੈ ਕਿ ਤੁਸੀਂ ਚੁੱਪ ਵੱਟ ਕੇ ਇਹਦੇ ਵਿੱਚੋਂ ਕਿਹੜਾ ਲਾਹਾ ਹਾਸਲ ਕਰਨਾ ਚਾਹੁੰਦੇ ਹੋ? ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਉੱਤੇ ਕੋਈ ਦਾਗ ਨਾ ਆਵੇ, ਲੇਕਿਨ ਜੇਕਰ ਸਪੋਜ਼ ਤੁਹਾਨੂੰ ਅਗਲੀ ਇਲੈਕਸ਼ਨ ਤੋਂ ਪਹਿਲਾਂ ਸਟੇਟ ਦੇ ਵਿੱਚ ਇਸੇ ਚੁੱਪ ਕਰਕੇ ਸਵਾਲਾਂ ਦੇ ਘੇਰੇ ਚ ਆਉਣਾ ਪਏ ਤੇ ਫਿਰ ਤੁਸੀਂ ਕੀ ਕਰੋਗੇ? ਪਰ ਮੁੱਖ ਮੰਤਰੀ ਚੁੱਪ ਹਰਗਿਜ਼ ਨਹੀਂ। ਸਰਦਾਰ ਹਰਮੀਤ ਸਿੰਘ ਜੀ, ਮੁੱਖ ਮੰਤਰੀ ਕਦੋਂ ਚੁੱਪ ਨੇ? ਆਪਾਂ ਤਾਂ ਐਵੇਂ ਕਹੀ ਜਾਂਦੇ ਹਾਂ ਚੁੱਪ ਆ, ਉਹਨਾਂ ਨੇ ਤਾਂ ਚਿੱਠੀ ਲਿਖੀ ਐਡੀ ਵੱਡੀ। ਹੁਣ ਇਹ ਮਾਮਲਾ ਰੂਰਲ ਡਿਵੈਲਪਮੈਂਟ ਫੰਡ ਦਾ, ਇਹਦੇ ਤੇ ਪੋਲਿਟਿਕਸ ਹੈ। ਚਿੱਠੀ ਲਿਖੀ ਗਵਰਨਰ ਸਾਹਿਬ ਨੂੰ, ਉਸੇ ਗਵਰਨਰ ਨੂੰ ਜਿਹਦੇ ਬਾਰੇ ਤੁਸੀਂ ਕਹਿੰਦੇ ਆ ਕਿ ਉਹ ਤਾਂ ਕਾਗਜ਼ੀ ਹੁੰਦਾ ਜੀ, ਉਹ ਤਾਂ ਐਵੇਂ ਹੀ ਆ ਜੀ। ਔਰ ਚੁਣੇ ਹੋਏ ਤੁਸੀਂ ਉਹ 3 ਕਰੋੜ ਲੋਕਾਂ ਦੇ ਨੁਮਾਇੰਦੇ, ਤੁਸੀਂ ਉਹ ਜਵਾਬ ਦੇ, ਤੁਸੀਂ ਉਹ, ਇਹ ਥੋੜੀ। ਲੇਕਿਨ ਚੰਗੀ ਗੱਲ ਆ ਕਿ ਇੱਕ ਸੰਵਿਧਾਨਕ ਮੁਖੀ ਨੂੰ ਪੱਤਰ ਲਿਖਿਆ ਕਿ ਤੁਸੀਂ ਮਾਮਲਾ ਪ੍ਰਧਾਨ ਮੰਤਰੀ ਨਾਲ ਉਠਾਓ। ਮਾਮਲਾ ਰੂਰਲ ਡਿਵੈਲਪਮੈਂਟ ਫੰਡ ਦਾ, ਜਿਹਦੇ ਉੱਤੇ 25 ਤਰੀਕ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਰੱਖੀ ਆ। ਹੁਣ ਉਸ ਦਿਨ ਸੁਣਵਾਈ ਦੇ ਵਿੱਚ ਮੁੱਢਲੇ ਤੌਰ ਤੇ ਹੀ ਕੋਈ ਇੰਟਰਮ ਡਿਸੀਜਨ ਹੋ ਜਾਂਦਾ ਕਿ ਨਹੀਂ? ਕਿ ਜੇ ਮੰਨ ਲਓ ਇਹ ਕਹਿਤਾ ਜਾਂਦਾ, ਜਿਹਦੀ ਸੰਭਾਵਨਾ ਘੱਟ ਹੈ, ਪਹਿਲੀ ਵਾਰੀ ਤਾਂ ਨੋਟਿਸ ਹੀ ਹੁੰਦੇ ਸੰਬੰਧਿਤ ਧਿਰਾਂ ਨੂੰ। ਪਰ ਫਿਰ ਵੀ ਜਿਹੜਾ ਮੁੱਖ ਮੰਤਰੀ ਆਸ ਕਰ ਰਹੇ ਨੇ ਗਵਰਨਰ ਸਾਹਿਬ ਤੋਂ ਕਿ ਸਟੇਟ ਦੇ ਇਸ ਇਸ਼ੂ ਨੂੰ, ਜਿਹਦੇ 'ਚ ਕਈ ਹਜ਼ਾਰ ਕਰੋੜ ਰੁਪਈਆ ਫਸਿਆ ਹੋਇਆ ਕੇਂਦਰ ਕੋਲੇ, ਤੁਸੀਂ ਲਿਆਓ ਜਾ ਕੇ। ਤੁਹਾਨੂੰ ਲੱਗਦਾ ਹੈ ਕਿ ਇਹਨੂੰ ਮੈਂ ਇਦਾਂ ਤਰਕ ਸੰਗਤ ਮੰਨ ਲਾ, ਠੀਕ ਹੀ ਦਿਸ਼ਾ 'ਚ ਸਾਰਾ ਕੁਝ ਹੈ, ਜਾਂ ਨਰੋਲ ਪੋਲਿਟਿਕਸ ਹੈ? ਚਿੱਠੀ ਲਿਖਣ ਦੀ ਖਾਤਰ ਲਿਖੀ ਆ। ਕਿੰਨੇ ਦਿਨਾਂ ਤੋਂ ਇਸ ਰਾਹ ਤੇ ਟ੍ਰੈਫਿਕ ਜ਼ੀਰੋ ਸੀ, ਇੱਧਰ ਇਸ ਰਾਹ ਤੇ ਟ੍ਰੈਫਿਕ ਹੈ ਨਹੀਂ ਸੀ। ਸੋ ਇਸ ਮੌਕੇ ਦੇ ਉੱਤੇ ਗਵਰਨਰ ਤੇ ਮੁੱਖ ਮੰਤਰੀ ਵਿੱਚ ਇਹ ਰਾਹ ਜਿਹੜਾ ਖੁੱਲਿਆ, ਫਿਰ ਗਵਰਨਰ ਸਾਹਿਬ ਵੀ ਕੋਈ ਜਵਾਬ ਦਿੰਦੇ ਆ ਕਿ ਨਹੀਂ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਅਸਲ 'ਚ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨਿਕ ਔਰ ਪੋਲੀਟੀਕਲ ਅੰਡਰਸਟੈਂਡਿੰਗ ਜਿਹੜੀ ਹੈ ਬੇਹੱਦ ਉਹਦੇ ਤੋਂ ਦੂਰੀ ਹੈ, ਪ੍ਰਸ਼ਾਸਨ ਦੀ ਵੀ ਤੇ ਚੀਫ ਮਿਨਿਸਟਰ ਦੀ। ਉਸ ਪੱਧਰ ਦੇ ਉੱਤੇ ਕਈ ਵਾਰ ਬੰਦਾ ਪੋਲੀਟੀਕਲੀ ਕਰੈਕਟ ਰਹਿੰਦਾ। ਇਹ ਪੋਲੀਟੀਕਲ ਕਰੈਕਟ ਹੋਣ ਦਾ ਵੀ ਤਰੀਕਾ ਨਹੀਂ ਹੈ, ਜਿਹੜਾ ਚੀਜ਼ਾਂ ਉਸ ਲੈਵਲ ਤੇ ਹੁੰਦੀਆਂ ਨੇ ਨਾ, ਬਾਕੀ ਗੱਲਾਂ ਛੱਡੋ, ਪੋਲੀਟੀਕਲੀ ਕਰੈਕਟ ਤਾਂ ਰਹਿੰਦਾ। ਹੁਣ ਇੱਕ ਰੌਲਾ ਤਾਂ ਉਦੋਂ ਦਾ ਚੱਲ ਰਿਹਾ ਕਿ ਜੀ ਗਵਰਨਰ ਦਖਲ ਦੇ ਰਿਹਾ ਤੇ ਗਵਰਨਰ ਸਾਡਾ ਕੁਝ ਨਹੀਂ ਪੁੱਛ ਸਕਦਾ, ਆਪਾਂ ਕੋਈ ਜਵਾਬ ਨਹੀਂ ਦੇਣਾ। ਤੇ ਫਿਰ ਮੁੜ ਕੇ ਜਵਾਬ ਉਹਨਾਂ ਦੀਆਂ ਚਿੱਠੀਆਂ ਤੇ ਦੇ ਦਿਓ, ਜੋ ਵੀ ਇਹ ਕਹਿੰਦੇ ਨੇ, ਜੋ ਗਵਰਨਰ ਪੁੱਛਦਾ, ਜਿਹੜਾ ਜਿਸ ਲੈਵਲ ਦਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਕਿ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦੇਣ ਲਈ, ਉਹੀ ਗਵਰਨਰ ਸਾਹਿਬ ਬਾਰ-ਬਾਰ ਇੱਕ ਆਰਟੀਕਲ 167 ਦੀ ਕੋਟ ਕਰਦੇ ਨੇ ਕਿ ਉਹਦੇ ਤਹਿਤ ਹੈਗਾ, ਉਹ ਦਿੰਦੇ ਰਹਿੰਦੇ ਤੇ ਰੌਲਾ ਨਹੀਂ ਸੀ। ਹੁਣ ਉਦੋਂ ਤਾਂ ਤੁਸੀਂ ਲੌਜਿਕ ਇਹ ਰਿਹਾ ਕਿ ਗਵਰਨਰ ਨਹੀਂ ਪੁੱਛ ਸਕਦਾ, ਅਸੀਂ ਚੁਣੇ ਹੋਏ ਨੁਮਾਇੰਦੇ ਆ, 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਆ, ਗਵਰਨਰ ਨੂੰ ਨਹੀਂ। ਅੱਜ ਇਹ ਚਿੱਠੀ ਲਿਖਣਾ ਉਨਾ ਹੀ ਗਲਤ ਹੈ ਜਿੰਨਾ ਉਹ ਡਿਨਾਇਰ ਕਰਨਾ ਗਲਤ ਹੈ ਮੇਰੇ ਖਿਆਲ ਹੈ। ਉਹਦਾ ਕਾਰਨ ਇਹ ਹੈ ਕਿ ਚੁਣੀ ਹੋਈ ਸਰਕਾਰ ਦੇ ਵਿੱਚ ਇੱਕ ਫੈਡਰਲ ਪਾਵਰ ਸਿਸਟਮ ਹੈ। ਉੱਪਰ ਪ੍ਰਾਈਮ ਮਿਨਿਸਟਰ ਤੇ ਕੈਬਨਿਟ ਹੈ ਤੇ ਸਟੇਟਾਂ 'ਚ ਚੀਫ ਮਿਨਿਸਟਰ ਤੇ ਕੈਬਨਿਟ ਹੈ। ਜਿਵੇਂ ਪ੍ਰੈਜ਼ੀਡੈਂਟ ਦਾ ਰੋਲ ਹੈ ਪਾਰਲੀਮੈਂਟ 'ਚ ਪਾਸ ਹੋਏ ਤੇ ਇੱਧਰ ਉੱਧਰ ਜੋ ਵੀ ਜਾਂਦਾ, ਜੋ ਇਨਫੋਰਮੇਸ਼ਨ ਦੇਣੀ ਹੈ ਲੈਣੀ ਹੈ, ਤੇ ਗਵਰਨਰ ਦਾ ਵੀ ਐਡਾ ਕੀ ਰੋਲ ਹੈ। ਜੇ ਤੁਹਾਡੇ ਬਿਹਾਫ ਤੇ ਤੁਸੀਂ ਗਵਰਨਰ ਭੇਜਣ ਲੱਗੇ ਤਾਂ ਗਵਰਨਰ ਰੀਅਲ ਪਾਵਰ ਹੈ, ਇਹਦਾ ਮਤਲਬ ਤੁਸੀਂ ਨਹੀਂ ਕਰਾ ਸਕਦੇ ਐਜ ਏ ਇਲੈਕਟਡ ਗਵਰਨਮੈਂਟ, ਐਜ ਏ ਫੈਡਰਲ ਗਵਰਨਮੈਂਟ। ਤੁਸੀਂ ਜੋ ਮਾਮਲੇ ਟੇਕ ਅਪ ਕਰਨੇ ਨੇ ਪ੍ਰਾਈਮ ਮਿਨਿਸਟਰ ਲੈਵਲ ਤੇ ਜਾ ਕੇ, ਤੁਹਾਡੀ ਵੈਲਿਊ ਨਹੀਂ ਹੈ। ਜਾਂ ਤਾਂ ਤੁਸੀਂ ਇਹ ਕਹੋ ਕਿ ਜੀ ਸਾਡੀ ਤਾਂ ਸੁਣੀ ਨਹੀਂ ਜਾਂਦੀ, ਸਾਨੂੰ ਕੋਈ ਟਾਈਮ ਨਹੀਂ ਦਿੰਦਾ, ਸਾਨੂੰ ਇਹ ਨਹੀਂ। ਮੈਂ ਕਿਸੇ ਇਲੈਕਟਡ ਗਵਰਨਮੈਂਟ 'ਚ ਕਿਸੇ ਇਲੈਕਟਡ ਚੀਫ ਮਿਨਿਸਟਰ ਵੱਲੋਂ ਇਹੋ ਜਿਹੀ ਚਿੱਠੀ ਲਿਖੀ ਕਦੇ ਨਹੀਂ ਦੇਖੀ ਆਪਣੀ ਲਾਈਫ 'ਚ, ਜਿਹੜਾ ਇੱਕ ਨੋਮੀਨਲ ਹੈਡ ਨੂੰ ਇਹ ਕਹਿੰਦਾ ਹੋਵੇ ਕਿ ਤੁਸੀਂ ਜਾ ਕੇ ਉਠਾਓ ਇਹ ਮੁੱਦਾ। ਗਵਰਨਰ ਰੂਲ ਹੋਊਗਾ ਤਾਂ ਉਠਾਉਣਗੇ, ਤਾਂ ਪ੍ਰੈਕਟੀਕਲੀ ਐਗਜ਼ੈਕਟਿਵ ਪਾਵਰ, ਸਾਰੀਆਂ ਪਾਵਰ ਜੋ ਉਹਨਾਂ ਕੋਲ ਹੋਣਗੀਆਂ।
ਤੇ ਇਹ ਐਡਵਾਈਸ ਵੀ ਚਿੱਠੀ ਦੀ ਕਿਵੇਂ ਆਈ ਹੈ ਮੈਨੂੰ ਨਹੀਂ ਪਤਾ ਜਾਂ ਕਿਹਨੇ ਦਿੱਤੀ ਹੈ, ਤੇ ਇਹ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਦਾ ਕੱਦ ਹੋਰ ਛੋਟਾ ਕਰਨ ਵਾਲੀ ਗੱਲ ਹੈ ਜਿਹੜੀ ਇਹੋ ਜਿਹੀ ਚਿੱਠੀ ਹੈ ਜੀ। ਤੇ ਇਹਦੇ ਲਈ ਫਿਰ ਤੁਸੀਂ ਨਾਲ ਦੂਜੀ ਗੱਲ ਹੈ, ਗਵਰਨਮੈਂਟ ਵੱਡੇ ਵੱਡੇ ਵਕੀਲ ਕਰਕੇ ਸੁਪਰੀਮ ਕੋਰਟ ਜਾ ਚੁੱਕੀ ਹੈ। ਜਿਹੜੇ ਮਾਮਲੇ ਤੇ ਤੁਸੀਂ ਆਪ ਵੀ ਸੁਪਰੀਮ ਕੋਰਟ ਜਾ ਚੁੱਕੇ, ਕਿਤੇ ਤੁਹਾਡੇ ਅੰਦਰ ਧੜਕੂ ਤਾਂ ਨਹੀਂ ਵੀ ਤੁਹਾਡੀ ਗੱਲ ਹੀ ਨਹੀਂ ਠੀਕ, ਸੁਪਰੀਮ ਕੋਰਟ ਵੀ ਸਾਡੀ ਉਹਨੇ ਕੁਝ ਸਾਨੂੰ ਨਾ ਦਿੱਤਾ ਤਾਂ ਕੀ ਕਰਾਂਗੇ, ਤੇ ਇਸ ਲਈ ਕੋਈ ਹੋਰ ਰਸਤਾ ਲੱਭ ਲਓ। ਇਹ ਜਿਹੜੀਆਂ ਚੀਜ਼ਾਂ ਨੇ, ਇਹਦੀ ਬਜਾਏ ਮੇਰਾ ਤਾਂ ਖਿਆਲ ਹੈ ਕਿ ਜਾਂ ਚੀਫ ਮਿਨਿਸਟਰ ਨੂੰ ਆਪ ਕੋਈ ਟਾਈਮ ਨਹੀਂ ਦਿੰਦੇ ਤਾਂ ਓਪਨਲੀ ਕਹਿਣਾ ਚਾਹੀਦਾ ਕਿ ਮੈਂ ਮੰਗ ਰਿਹਾ ਪ੍ਰਾਈਮ ਮਿਨਿਸਟਰ ਤੋਂ ਟਾਈਮ ਨਹੀਂ ਦਿੱਤਾ। ਆਪਣੇ ਸਾਰੇ ਪੰਜਾਬ ਦੇ ਐਮਪੀਜ਼ ਦੀ ਮੀਟਿੰਗ ਸਭ ਦੇ ਟੋਟਲ ਦੀ ਕਿ ਆਓ ਪੰਜਾਬ ਦੇ ਇੰਟਰਸਟ ਚ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਚ ਆਪਾਂ ਚੱਲੀਏ, ਆਪਾਂ ਕਿਉਂ ਨਾ ਚੱਲੀਏ। ਤੇ ਫਿਰ ਸਾਰੇ ਐਮਐਲਏ 92 ਲਿਜਾ ਕੇ ਤੁਸੀਂ ਧਰਨਾ ਵੀ ਦੇ ਸਕਦੇ ਹੋ। ਇਦੋਂ ਪਹਿਲਾਂ ਪੰਜਾਬ ਵਾਲਿਆਂ ਨੇ ਵੀ ਦਿੱਤਾ ਹੈ, ਵਾਜਪਾਈ ਗਵਰਨਮੈਂਟ ਵੇਲੇ ਅਮਰਿੰਦਰ ਸਿੰਘ ਨੇ ਦਿੱਤਾ ਸੀ, ਤੇ ਉਧਰੋਂ ਤਾਮਿਲਨਾਡੂ ਚੋਂ ਤਾਂ ਜੈਲਲਤਾ ਨੇ ਕਈ ਵਾਰ ਦਿੱਤਾ, ਬਾਕੀ ਦੇ ਰਹੇ ਨੇ ਲੋਕ। ਜੇਕਰ ਇਹੋ ਜਿਹੇ ਮੁੱਦਿਆਂ ਤੇ ਕੋਈ ਪ੍ਰੋਬਲਮ ਵੀ ਆਉਂਦੀ ਹੈ ਤਾਂ ਤੁਹਾਡੇ ਕੋਲ ਡੈਮੋਕ੍ਰੈਟਿਕ ਸਪੇਸ ਹੈ ਇਹ ਗੱਲ ਕਰਨ ਦੀ, ਉਸ ਪੱਧਰ ਦੇ ਉੱਤੇ ਜਾ ਕੇ ਕਿਸੇ ਨਾ ਕਿਸੇ ਰੂਪ ਚ। ਹਾਂ, ਤੁਸੀਂ ਸਿਧਾਂਤਕ ਤੌਰ ਤੇ ਫੈਸਲਾ ਕਿਉਂ ਨਹੀਂ ਲਿਆ? ਉਹਨਾਂ ਨੇ ਬੜੀ ਨਾ ਪੋਲਾਈਟ ਚਿੱਠੀ ਸਾਰੀ ਗੱਲ ਵਿਆਖਿਆ ਕੀਤੀ ਹੈ। ਉਹ ਕਹਿੰਦੇ ਜੀ ਸਾਨੂੰ ਕੇਂਦਰ ਨੇ ਕਿਹਾ 2020-21 ਚ ਕਿ ਕਲੈਰੀਫਿਕੇਸ਼ਨ ਮੰਗੀ, ਉਹਦੀ ਕਲੈਰੀਫਿਕੇਸ਼ਨ ਮੁਤਾਬਕ ਅਸੀਂ ਪੰਜਾਬ ਰੂਰਲ ਡਿਵੈਲਪਮੈਂਟ ਐਕਟ 1987 ਅਮੈਂਡ ਕਰਤਾ। ਅਮੈਂਡ ਕਰਕੇ ਫਿਰ ਸਾਨੂੰ ਅਗਲੀ ਜਿਹੜੀ ਖਰੀਫ ਦਾ ਸੀਜ਼ਨ ਸੀ ਉਹਦੇ ਚ ਪੇਮੈਂਟ ਕਰਤੀ ਉਹਨਾਂ ਨੇ 19 ਕੁ। ਅਗਲੇ ਵਾਰ ਫਿਰ ਰੋਕ ਲਈ ਜੀ। ਤੇ ਜੇ ਅਸੀਂ ਕਲੈਰੀਫਿਕੇਸ਼ਨ ਪੂਰੀ ਦੇ ਚੁੱਕੇ ਸੀ ਤੇ ਬਾਕੀ ਸਭ ਤੋਂ ਪਹਿਲਾ ਬਲੰਡਰ ਮੈਨੂੰ ਲੱਗਦਾ ਇਹ ਕੀਤਾ ਇਹਨਾਂ ਨੇ ਆਉਣ ਸਾਰ, ਜਿੱਥੇ ਇਹ ਫੈਡਰਲ ਸਟਰਕਚਰ ਦੀ ਲੜਾਈ ਨਹੀਂ ਲੜ ਪਾਏ ਕਿ ਉਹ ਐਕਟ ਸਾਡਾ ਐਕਟ ਹੈ ਪੰਜਾਬ ਦਾ, ਤੁਸੀਂ ਸਾਡੀ ਬਾਹ ਮਰੋੜ ਕੇ ਉਹ ਐਕਟ ਅਮੈਂਡ ਨਹੀਂ ਕਰਾ ਸਕਦੇ। ਜੇ 87 ਤੋਂ ਅੱਜ ਤੱਕ ਚੱਲਦਾ ਹੈ, ਜੇ 87 ਤੋਂ 2022 ਤੱਕ ਉਹ ਐਕਟ ਹੈ, ਕਨਸਟੀਟਿਊਸ਼ਨਲ ਹੈ, ਉਹਦੇ ਮੁਤਾਬਕ ਪ੍ਰੋਵੀਜ਼ਨ ਚੱਲਦੀ ਹੈ, ਤੁਸੀਂ ਉਹਦੇ ਚ ਅਮੈਂਡ ਕਿਵੇਂ ਕਰਾ ਸਕਦੇ ਹੋ? ਪਹਿਲੀਆਂ ਦੋ ਸਰਕਾਰਾਂ ਤੇ ਵੀ ਇਹ ਦਬਾਅ ਸੀ, ਪਰ ਉਹਨਾਂ ਨੇ ਉਹ ਦਬਾਅ ਨਹੀਂ ਚੱਲਿਆ ਉਸ ਪੱਧਰ ਦਾ ਕਿ ਅਸੀਂ ਤੁਹਾਡੇ ਤੇ ਲਾਤਾ, ਤੁਸੀਂ ਨਹੀਂ ਦਿਓਗੇ ਤਾਂ ਅਸੀਂ ਦੇਖਾਂਗੇ। ਇਹ ਸਾਡਾ ਰਾਈਟ ਹੈ, ਸਟੇਟ ਦਾ ਰਾਈਟ ਹੈ। ਉੱਥੇ ਸਟੇਟ ਦੀ ਲੈਜਿਸਲੇਟਰ ਦੀ ਪਾਵਰ ਆਉਂਦੀ ਹੈ ਤੁਹਾਡੇ ਕੋਲ, ਵਿਧਾਨ ਸਭਾ ਦੀ ਪਾਵਰ ਹੈ ਉਹ ਤੁਹਾਡੇ ਕੋਲ, ਕੱਲੀ ਐਗਜ਼ੈਕਟਿਵ ਦੀ ਪਾਵਰ ਨਹੀਂ ਹੈ ਤੁਹਾਡੇ ਕੋਲ। ਇੱਕ ਤਾਂ ਉਦੋਂ ਸਰੈਂਡਰ ਕੀਤਾ, ਜਦੋਂ ਪ੍ਰਿੰਸੀਪਲੀ ਸਰੈਂਡਰ ਕਰਨ ਲੱਗ ਜਾਓ ਨਾ ਤੁਸੀਂ, ਫੇਰ ਨਹੀਂ ਪਤਾ, ਜਿਵੇਂ ਕਹਿੰਦੇ ਨੇ ਇੱਕ ਪੈਰ ਤਿਲਕਿਆ ਕਿੱਥੇ ਜਾ ਕੇ ਡਿੱਗਦਾ ਬੰਦਾ, ਜਦੋਂ ਤਿਲਕਣਬਾਜੀ ਹੁੰਦੀ ਹੈ ਉਸ ਪੱਧਰ ਦੇ ਉੱਤੇ, ਉਹਦੇ ਤੇ ਖੜਨਾ ਚਾਹੀਦਾ ਸੀ ਓਵਰਆਲ। ਨੰਬਰ 2, ਹੁਣ ਉਹਨਾਂ ਨੇ ਨਾਲ ਇੱਕ ਹੋਰ ਕਰਤਾ, ਦੂਜੀ ਵੀ ਆ ਗਈ ਹੈ ਇੱਕ, ਉਸ ਤੋਂ ਬਾਅਦ ਲਗਾਤਾਰ ਫੰਡ ਰੁਕਿਆ ਹੋਇਆ ਜਿਹੜਾ 3326 ਕਰੋੜ ਰੁਪਇਆ ਬਣਦਾ ਹੈ ਉਸ ਮਾਮਲੇ 'ਚ ਰੂਰਲ ਡਿਵੈਲਪਮੈਂਟ ਫੰਡ ਦਾ। ਹੁਣ ਇੱਕ ਪ੍ਰੋਵੀਜ਼ਨਲ ਕਾਸਟ ਦਾ ਇੱਕ ਪ੍ਰੋਫਾਰਮਾ ਫੇਰ ਆਇਆ ਹੈ ਐਫਸੀਆਈ ਵੱਲੋਂ ਜਾਂ ਉਸ ਮਿਨਿਸਟਰੀ ਵੱਲੋਂ। ਉਹ ਕਹਿੰਦੇ ਤੁਹਾਡਾ ਰੂਰਲ ਡਿਵੈਲਪਮੈਂਟ ਫੰਡ ਤਾਂ ਵੈਸੇ ਹੀ ਕੈਂਸਲ ਹੈ, ਨਿਰਲ ਵੀ ਇਹ ਤਾਂ ਮੁੜ ਕੇ ਦੇਣਾ ਹੀ ਨਹੀਂ, ਤੁਸੀਂ ਕੱਟ ਹੀ ਨਹੀਂ ਸਕਦੇ, ਜਿਵੇਂ ਪਹਿਲਾਂ ਪਿਛਲੇ ਵਾਰੀ ਇੱਕ ਵਾਰ ਦਿੱਤਾ ਸੀ। ਜਿਹੜੀ ਮਾਰਕੀਟ ਫੀਸ ਹੈ ਉਹ ਵੀ 3 ਦੀ ਬਜਾਏ ਤੁਹਾਨੂੰ 2% ਕਰਨੀ ਪਏਗੀ ਜੀ। ਤੁਸੀਂ ਭਗਵੰਤ ਮਾਨ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਮੈਂ ਮੰਗਤਾ ਨਹੀਂ ਆ, ਮੈਂ ਨਹੀਂ ਕੇਂਦਰ ਕੋਲ ਜਾਣਾ, ਕਿਤੇ ਇਹ ਹਉਮੈ ਤਾਂ ਨਹੀਂ ਵੀ ਮੈਂ ਨਹੀਂ ਜਾਣਾ ਉੱਥੇ ਕਿਸੇ ਨਾਲ ਗੱਲ ਕਰਨ। ਇਹ ਮੰਗਤੇ ਦਾ ਸਵਾਲ ਨਹੀਂ, ਤੁਹਾਡੇ ਘਰ ਚੋਰੀ ਹੋ ਰਹੀ ਹੈ ਲਗਾਤਾਰ ਤੇ ਤੁਸੀਂ ਉਹ ਚੋਰੀ ਰੋਕਣ 'ਚ ਨਾਕਾਮਯਾਬ ਹੋ, ਤੁਸੀਂ ਉਹਦੇ ਲਈ ਪੋਲੀਟੀਕਲ ਸਟੈਂਡ ਨਹੀਂ ਲੈ ਰਹੇ, ਤੁਸੀਂ ਉਹਦੇ 'ਚ ਜਨਤਕ ਸਟੈਂਡ ਨਹੀਂ ਲੈ ਰਹੇ ਜਿਹਦੇ ਤੇ ਲੜਾਈ ਲੜਨੀ ਹੁੰਦੀ ਹੈ, ਜਿਹੜੀ ਤੁਸੀਂ ਉਹਦੇ ਤੋਂ escape ਕਰ ਰਹੇ ਹੋ ਲੜਾਈ ਲੜਨ ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਾਂ ਕੋਰਟ 'ਚ ਜਾ ਖੜਦੇ ਹੋ ਜਾਂ ਗਵਰਨਰ ਨੂੰ ਚਿੱਠੀ ਲਿਖ ਦੋਗੇ। ਇਹ ਤੁਹਾਡੀ ਜ਼ਿੰਮੇਵਾਰੀ ਹੈ ਲੜਾਈ ਲੜਨ ਲਈ ਸਟੇਟ ਦੇ ਹੱਕ ਹਕੂਕ ਦੇ ਵਾਸਤੇ, ਕਿ ਇਹਦੇ ਲਈ ਮੈਂ ਕਿਸੇ ਵੀ ਉੱਥੇ ਤੱਕ ਜਾ ਸਕਦਾ, ਇਹਦੇ ਲਈ ਲੜਾਂਗੇ ਅਸੀਂ ਕਾਮਨ ਤੌਰ ਦੇ ਉਸ ਪੱਧਰ ਦੇ ਉੱਤੇ। ਔਰ ਇਸ ਕਰਕੇ 400 ਕਰੋੜ ਰੁਪਏ ਦਾ ਡੇਲੀ ਹਰ ਵਾਰ ਨੁਕਸਾਨ ਹੋਊਗਾ। ਉਹ 400 ਕਰੋੜ ਰੁਪਈਆ ਤੁਸੀਂ ਕਿੱਥੋਂ ਲਿਆਓਗੇ ਜਦੋਂ ਕੋਈ ਪੈਸਾ ਹੀ ਨਹੀਂ ਆਏਗਾ? ਪਿੰਡਾਂ ਦੀਆਂ ਸੜਕਾਂ ਕਿਵੇਂ ਸਵਾਰ ਦੋਗੇ? ਲਿੰਕ ਰੋਡ ਦਾ ਕੀ ਬਣੂ? ਮੰਡੀਕਰਨ ਬੋਰਡ ਨਾਲ ਐਡਾ ਪੈਰਾ ਫਰਨੇਲੀਆ, ਐਡੇ ਮੁਲਾਜ਼ਮ ਨੇ, ਐਡੀਆਂ ਬਾਕੀ ਮੰਡੀਆਂ ਸੁਧਾਰਦਾ, ਉਹਦਾ ਕੀ ਕਰੋਗੇ? ਕਿੰਨੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਉਹ ਸਾਰੇ ਮਾਮਲੇ ਦੇ ਨਾਲ। ਇਸ ਲਈ ਇਹ ਪੋਲੀਟੀਕਲ ਸਟੈਂਡ ਦੀ ਮੰਗ ਕਰਦੀ ਹੈ ਚੀਜ਼, ਇਹ ਨਾਰਮਲ ਚਿੱਠੀ ਪੱਤਰ ਵਾਲਾ ਮਾਮਲਾ ਨਹੀਂ। ਇਹਦੇ ਲਈ ਜੁਆਇੰਟ ਪੰਜਾਬ ਸਾਡੇ ਆਦਤ ਨਹੀਂ ਰਹੀ, ਪੂਰੇ ਪੰਜਾਬ ਨੂੰ ਇਕੱਠਾ ਕਰਨ ਦੀ ਲੋੜ ਹੈ। ਪੋਲੀਟੀਕਲ ਧਿਰਾਂ ਨੂੰ ਵੀ ਜਿਹੜੀਆਂ ਨਹੀਂ ਹੋਣਗੀਆਂ ਉਹ ਆਪੀ ਆਈਸੋਲੇਟ ਹੋ ਜਾਣਗੀਆਂ। ਸਗੋਂ ਚੀਫ ਮਿਨਿਸਟਰ ਕੋਲ ਬਹੁਤ ਵੱਡਾ ਇੱਕ ਮੌਕਾ ਹੁੰਦਾ ਇਹੋ ਜਿਹੇ ਸਮੇਂ ਆਪਣੀ ਲੀਡਰਸ਼ਿਪ ਸਥਾਪਿਤ ਕਰਨ ਦਾ। ਪਤਾ ਨਹੀਂ ਉਹ ਰਾਹ ਕਿਉਂ ਨਹੀਂ ਚੱਲਿਆ ਜਾ ਰਿਹਾ, ਉਹ ਉਹਨਾਂ ਨੂੰ ਪਤਾ ਹੋਣਾ, ਪਰ ਹਕੀਕਤ ਇਹ ਦਿਖਾਈ ਦੇ ਰਹੀ ਹੈ। ਸਰਦਾਰ ਜਗਤਾਰ ਸਿੰਘ ਜੀ, ਸਰਕਾਰ ਚਲਾਉਣ ਦੇ ਵੀ ਆਪਣੇ ਤੌਰ ਤਰੀਕੇ ਹੁੰਦੇ। ਬਹੁਤੀ ਵਾਰੀ ਨਵੇਂ ਆਏ ਲੋਕਾਂ ਨੂੰ ਜਾਣਕਾਰੀਆਂ ਨਹੀਂ ਹੁੰਦੀਆਂ, ਉਹਨਾਂ ਨੇ ਆਣ ਕੇ ਜਿਹੜਾ ਸਿਸਟਮ ਬੈਠਾ ਹੁੰਦਾ ਉਹਦੇ ਵਿੱਚੋਂ ਹੀ ਸਿੱਖਣਾ ਹੁੰਦਾ। ਸੋ ਜਿਹੜੀ ਬਿਊਰੋਕ੍ਰੇਸੀ ਸੀਗੀ ਉਹਨੇ ਕੀ ਇਹਨਾਂ ਨੂੰ ਕੋਆਪਰੇਟ ਨਹੀਂ ਕੀਤਾ,
ਜਿਹੜੀ ਅਮੈਂਡਮੈਂਟ ਲਿਆਂਦੀ ਗਈ, ਕਿਉਂਕਿ ਕੇਂਦਰ ਤਾਂ ਚਾਹੁੰਦਾ ਹੀ ਹੁੰਦਾ ਤੁਸੀਂ ਆਪਣੇ ਸਟੇਟ ਤੇ ਹੱਕ ਹਕੂਕ ਜਾਂ ਹੱਥ ਵੱਢ ਕੇ ਕਿਵੇਂ ਦੇ ਸਕਦੇ ਹੋ। ਸਭ ਤੋਂ ਵੱਡਾ ਸਵਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਕਾਰਜਸ਼ੈਲੀ ਦਾ ਹੈ ਕਿ ਕੀ ਕਲੈਕਟਿਵ ਰੂਪ ਦੇ ਵਿੱਚ ਸਰਕਾਰ ਨਹੀਂ ਚੱਲ ਰਹੀ। ਜਿਹੜੇ ਅੰਗਾਂ ਨੇ, ਜਿਹੜੇ ਟੂਲਸ ਨੇ ਤੁਹਾਨੂੰ ਸਪੋਰਟ ਕਰਨਾ ਹੈ, ਤੁਹਾਡਾ ਸਪੋਰਟ ਸਿਸਟਮ, ਕੀ ਉਹ ਕਲੈਪਸ ਕਰ ਗਿਆ, ਕੀ ਉਹ ਪੈਰਾਲਾਈਜ਼ ਹੋ ਗਿਆ ਉਹਨੂੰ, ਇਹ ਸਾਰਾ ਸਵਾਲ ਇਸ ਵੇਲੇ ਘੁੰਮਦਾ ਹੈ ਕਿ ਬਹੁਤ ਸਾਰੇ ਮਾਮਲੇ ਅੱਧ ਵਿਚਾਲੇ ਲਟਕ ਰਹੇ ਆ। ਮਤਲਬ ਜਿਹੜੀ ਪੋਲੀਟੀਕਲ ਲੜਾਈ ਲੜਨੀ ਸੀਗੀ ਇਸੇ ਰੂਰਲ ਡਿਵੈਲਪਮੈਂਟ ਫੰਡ ਤੇ, ਉਹ ਅਸੀਂ ਕੋਰਟ ਦੇ ਵਿੱਚ ਲੜਨੀ ਆ। ਜੇ ਹੁਣ ਕੋਰਟ ਦੇ ਵਿੱਚ ਇਹ 5-4 ਪੇਸ਼ੀਆਂ ਤੱਕ ਮਾਮਲਾ ਉਲਝ ਜਾਂਦਾ ਹੈ, ਇਹਦਾ ਮਤਲਬ 1 ਸਾਲ 6 ਮਹੀਨੇ 8 ਮਹੀਨੇ ਉਹ ਪੈਸੇ ਨਹੀਂ ਮਿਲਦੇ। ਤਾਂ ਜਿਹੜੀਆਂ ਹੁਣੇ ਹੜ੍ਹਾਂ ਨਾਲ ਟੁੱਟੀਆਂ ਸੜਕਾਂ ਨੇ, ਇਨਫਰਾਸਟ੍ਰਕਚਰ ਦੇ ਮਾਮਲੇ ਨੇ, ਤੇ ਜਿਹੜਾ ਇੱਕ ਮਾੜਾ ਮੋਟਾ ਅਦਾਰਾ ਮੰਡੀਕਰਨ ਬੋਰਡ ਬਚਿਆ ਉਹ ਵੀ ਵੱਟੇ ਖਾਤੇ ਪੈ ਜਾਊਗਾ। ਸਵਾਲ ਇਸ ਗੱਲ ਦਾ ਹੈ ਕਿ ਜਿਹੜੇ ਸਮੂਹਿਕ ਤੌਰ ਤੇ ਸਰਕਾਰ ਚੱਲਣੀ ਹੁੰਦੀ ਆ, ਉੱਥੋਂ ਕਿਹੜੀਆਂ ਚੀਜ਼ਾਂ ਮਿਸਿੰਗ ਨੇ ਜਿਹੜੀਆਂ ਸਪੋਰਟ ਨਹੀਂ ਕਰ ਰਹੀਆਂ, ਤੇ ਸਰਕਾਰ ਉੱਥੇ ਧਿਆਨ ਕੇਂਦਰਿਤ ਕਿਉਂ ਨਹੀਂ ਕਰ ਰਹੀ? ਮੇਰੇ ਖਿਆਲ ਦੇ ਵਿੱਚ ਇਸ ਸਾਰੀ ਗੱਲ ਦੇ ਪਿੱਛੇ ਕੋਈ ਡਿਜ਼ਾਈਨ ਕੋਈ ਹੋਰ ਵੀ ਹੈ ਜੀ। ਪੰਜਾਬ ਦਾ ਮੰਡੀ ਸਿਸਟਮ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਡਿਵੈਲਪਡ ਹੈ। ਦੁਨੀਆ ਦੇ ਕਿਸੇ ਇੰਨੇ ਖਿੱਤੇ ਦੇ ਵਿੱਚ 1 ਮਹੀਨੇ ਦੇ ਵਿੱਚ ਇੰਨੀ ਫੂਡ ਗ੍ਰੇਨ ਦੀ ਪ੍ਰੋਕਿਉਰਮੈਂਟ ਨਹੀਂ। ਹਰ 6 ਮਹੀਨੇ ਬਾਅਦ 2 ਵਾਰੀ ਸਾਲ 'ਚ ਪ੍ਰੋਕਿਉਰਮੈਂਟ ਹੁੰਦੀ ਹੈ। ਇਸ ਪ੍ਰਪੋਰਸ਼ਨ ਦੀ ਇੰਨੇ ਖਿੱਤੇ ਦੇ ਵਿੱਚ ਇੰਨੇ ਸ਼ਾਰਟ ਟਾਈਮ ਤੇ ਦੁਨੀਆ ਦੇ ਵਿੱਚ ਹੋਰ ਕੋਈ ਐਗਜ਼ਾਮਪਲ ਨਹੀਂ ਹੈ। ਜਿਹੜਾ ਤੁਹਾਡੇ ਖੇਤੀ ਕਾਨੂੰਨ ਤਾਂ ਲਿਆਂਦੇ ਸੀਗੇ, ਉਹ ਮੰਡੀ ਸਿਸਟਮ ਨੂੰ ਖਤਮ ਕਰ ਰਿਹਾ ਸੀ। ਸਭ ਤੋਂ ਜ਼ਿਆਦਾ ਰਜਿਸਟੈਂਸ ਇਸੇ ਕਰਕੇ ਪੰਜਾਬ 'ਚ ਹੋਈ ਸੀਗੀ। ਸੋ ਉਹਨਾਂ ਨੇ ਬਿੱਲ ਤਾਂ ਵਾਪਸ ਕਰਤੇ। ਹੁਣ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ, ਇਹਦੇ ਨਾਲ ਮੰਡੀ ਸਿਸਟਮ ਸਾਰਾ ਲਿੰਕ ਰੋਡ ਉਹਦਾ ਪਾਰਟ ਹੈ। ਇਹ ਸਿਰਫ ਲਿੰਕ ਰੋਡਸ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਸਤੇ ਨਹੀਂ ਹੈ। ਇਹ ਜਿਹੜਾ ਬੇਸਿਕ ਇੰਫਰਾਸਟ੍ਰਕਚਰ ਹੈ ਮੰਡੀ ਸਿਸਟਮ ਦਾ, ਉਹਦਾ ਪਾਰਟ ਹੈ। ਗ੍ਰੇਨ ਮੂਵਮੈਂਟ ਸਾਰੀ ਉਧਰੋਂ ਹੁੰਦੀ ਹੈ। ਉਹ ਮੈਨੂੰ ਇਹ ਲੱਗ ਰਿਹਾ ਕਿ ਉਹ ਜਿਹੜਾ ਮੰਡੀ ਸਿਸਟਮ ਹੈ ਉਹਨੂੰ ਖਤਮ ਕਰਨ ਦਾ ਡਿਜ਼ਾਈਨ ਇਹ ਹੈ ਕਿ ਇਹਨਾਂ ਦਾ RDF ਖਤਮ ਕਰ ਦਿਓ। ਹੌਲੀ ਹੌਲੀ ਮੰਡੀ ਸਿਸਟਮ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ। ਤੇ ਆਲਰੇਡੀ ਸੀਲੋਸ ਪੰਜਾਬ ਵਿੱਚ ਬਣ ਰਹੇ ਆ, ਕੰਸਟਰਕਟ ਹੋ ਰਹੇ ਆ। ਇਹ ਇਨਡਾਇਰੈਕਟਲੀ, ਮਤਲਬ ਬਿਨਾਂ ਖੇਤੀ ਬਿੱਲ ਪਾਸ ਕੀਤਿਆਂ ਮੇਰੇ ਖਿਆਲ ਇਹ ਸ਼ਿਫਟ ਉਸ ਪਾਸੇ ਜਾ ਰਹੀ ਹੈ। ਇੱਕ ਡਿਜ਼ਾਈਨ ਦਾ ਪਾਰਟ ਹੈ। ਤਾਂ ਇਹਦੇ ਵਾਸਤੇ ਪੰਜਾਬ ਤੇ ਹਰਿਆਣਾ ਵਰਗੀਆਂ ਸਰਕਾਰਾਂ ਨੂੰ ਥੋੜਾ ਜਿਹਾ ਜਾਗਰੂਕ ਹੋਣਾ ਪਏਗਾ। ਇਹ ਗੱਲ ਸਿਰਫ RDF ਉੱਥੋਂ ਰਿਲੀਜ਼ ਕਰਾਉਣ ਦੀ ਨਹੀਂ ਹੈ। ਔਰ ਜੇ ਸਿਆਸੀ ਲੈਵਲ ਤੇ ਫਿਰ ਲੜਾਈ ਲੜਨੀ ਹੈ, ਫਿਰ ਹਥਿਆਰ ਤਾਂ ਅਲਟੀਮੇਟਲੀ ਕੋਈ ਹੈ। ਫਿਰ ਤੁਸੀਂ ਫੂਡ ਗ੍ਰੇਨ ਮੂਵਮੈਂਟ ਹੀ ਰੋਕ ਦਿਓ। ਕਹਿ ਰਹੇ ਵੀ ਅਸੀਂ 1 ਹਫ਼ਤੇ ਵਾਸਤੇ ਫੂਡ ਗ੍ਰੇਨ ਮੂਵਮੈਂਟ ਰੋਕਤੀ, ਹਫ਼ਤੇ ਦੇ ਵਿੱਚ ਕੰਮ ਸਿੱਧਾ ਹੋ ਜਾਏਗਾ। ਵਰਲਡ ਦੇ ਵਿੱਚ ਫੂਡ ਗ੍ਰੇਨ ਦੀ ਕ੍ਰਾਈਸਿਸ ਯੂਕਰੇਨ ਤੋਂ ਬਾਅਦ। ਕੀ ਤੁਸੀਂ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਇਹ ਚੱਲ ਰਹੀ ਹੈ, ਤੁਸੀਂ ਲੜਾਈ ਲੜ ਹੀ ਨਹੀਂ ਸਕਦੇ ਪੰਜਾਬ ਵਾਲੇ? ਕੀ ਗੱਲ, ਜੇ ਸਭ ਤੋਂ ਜ਼ਿਆਦਾ ਸਪਲਾਈ ਪੰਜਾਬ ਤੋਂ ਹੋ ਰਹੀ ਹੈ, ਇਹ ਲੜਾਈ ਕਿਉਂ ਨਹੀਂ ਲੜ ਸਕਦੇ? ਇੱਕ ਡਿਜ਼ਾਈਨ ਦੇ ਵਿੱਚ ਮੰਡੀ ਸਿਸਟਮ ਖਤਮ ਹੋ ਰਿਹਾ, ਤੁਸੀਂ ਰੋਕ ਲਓ 1 ਹਫ਼ਤੇ ਵਾਸਤੇ ਫੂਡ ਗ੍ਰੇਨ ਮੂਵਮੈਂਟ। ਕਹਿ ਦਿਓ ਅਸੀਂ ਨਹੀਂ ਦਿਆਂਗੇ। ਜੇ ਹਫ਼ਤੇ ਬਾਅਦ ਨਹੀਂ ਹੁੰਦਾ, ਮਹੀਨੇ ਵਾਸਤੇ ਰੋਕ ਲਓ। ਤੁਹਾਡੀ ਕੈਪੈਸਿਟੀ ਹੋਣੀ ਚਾਹੀਦੀ ਲੜਾਈ ਕਰਨ ਦੀ। ਇਹ ਲੜਾਈ ਲੜਨੀ ਪੈਣੀ ਪੰਜਾਬ ਦੇ ਹੱਕਾਂ ਵਾਸਤੇ। ਲੜਾਈ ਬਹੁਤ ਵੱਡੀ ਹੈ, ਬਿਲਕੁਲ ਵੱਡੀ ਵੀ ਹੈ। ਤੁਸੀਂ ਗੱਲ ਸਾਈਲੋਸ ਦੀ ਕੀਤੀ ਹੈ, ਉਹਨਾਂ ਨੂੰ ਹੁਣ ਮੰਡੀਆਂ ਬਣਾਇਆ ਜਾ ਰਿਹਾ। ਜਿਸ ਤਰ੍ਹਾਂ ਦੀਆਂ ਕਨਸੋਆਂ ਮਿਲ ਰਹੀਆਂ ਕਿ ਇੱਕ ਘਰਾਣੇ ਨੂੰ ਉਹ ਸਮੁੱਚੇ ਤੌਰ ਤੇ ਟੈਂਡਰ ਜਿਹੜੇ ਆ ਉਹ ਅਲਾਟ ਹੋ ਰਹੇ ਆ, ਜਾਂ ਉਹ ਲੋਕ ਇਸ ਟੈਂਡਰ ਪ੍ਰਕਿਰਿਆ ਦੇ ਵਿੱਚ ਸਭ ਤੋਂ ਵੱਡੇ ਮਾਹਿਰ ਹੈਗੇ ਨੇ, ਤੇ ਉਹਨਾਂ ਨੇ ਇਸ ਗੱਲ ਨੂੰ ਮੋਨੋਪਲਾਈਜ਼ ਜਦੋਂ ਕਰ ਲਿਆ, ਫਿਰ ਕਿਸਾਨ ਕੋਲ ਕੋਈ ਦੂਜਾ ਰਸਤਾ ਨਹੀਂ ਬਚਣਾ। ਜਦੋਂ ਇੱਕ ਬਕਾਇਦਾ ਤੁਹਾਡੇ ਕੋਲ ਖੁੱਲੀ ਮੰਡੀ ਸ਼ੁਰੂ ਦੇ ਵਿੱਚ ਹੋਊਗੀ ਕਿ ਤੁਸੀਂ ਟਰਾਲੀ ਜਾ ਕੇ ਲਾ ਦਿੰਦੇ ਹੋ, ਤੇ ਅਗਲੇ ਉੱਥੇ ਹੀ ਤੁਹਾਡੇ ਕੋਲ ਮਸ਼ੀਨ ਨਾਲ ਹੀ ਤੁਹਾਨੂੰ 15 ਮਿੰਟਾਂ 'ਚ ਵਿਹਲੇ ਕਰ ਦਿੰਦੇ ਆ। 2-4 ਸਾਲ ਬਾਅਦ ਇਹਦੇ ਨਵੇਂ ਰੂਪ ਸਰੂਪ ਦੇਖਣ ਨੂੰ ਮਿਲ ਜਾਣਗੇ। ਸ਼ੁਰੂਆਤ ਵਿੱਚ ਸ਼ਾਇਦ ਕੋਈ ਚਵਾਨੀ ਖੰਡ ਫਾਇਦਾ ਹੋ ਜੇ, ਲੇਕਿਨ ਉਸ ਤੋਂ ਬਾਅਦ ਤੁਸੀਂ ਨਿਰਭਰ ਹੋਵੋਗੇ। ਉਦੋਂ ਤੱਕ ਤੁਹਾਡੀ ਆਪਣੀ ਮੰਡੀ ਮਰ ਚੁੱਕੀ ਹੋਏਗੀ। ਇਹ ਸਵਾਲ ਸਰਦਾਰ ਜਗਤਾਰ ਸਿੰਘ ਹੁਣਾਂ ਦਾ ਮੈਨੂੰ ਬੜਾ ਵਾਜਬ ਲੱਗਿਆ। ਸਵਾਲ ਇਸ ਗੱਲ ਦਾ ਹੈ ਕਿ ਤੁਹਾਡੇ ਨੁਮਾਇੰਦੇ ਤੁਹਾਡੇ ਲਈ ਕਿੰਨਾ ਕੁ ਲੜਦੇ ਆ, ਕਿੰਨੇ ਕੁ ਵਿਜ਼ਨਰੀ ਆ, ਤੇ ਕਿੰਨੇ ਕੁ ਮੁੱਦਿਆਂ ਨੂੰ ਸਮਝ ਕੇ ਸਹੀ ਮਾਇਨਿਆਂ ਦੇ ਵਿੱਚ ਤੁਹਾਡੇ ਲਈ ਇੱਕ ਪ੍ਰੋਟੈਕਸ਼ਨ ਲੇਅਰ ਬਣਦੇ ਆ, ਤੁਹਾਡੇ ਲਈ ਵਾਰਡ ਬਣਦੇ ਆ। ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ।